सतनाम श्री वाहेगुरु साहिब जीओ। श्री नानक पाद पंकज बंदन पाद पंकज बंदना सिमरो अंगद दुख निकंदना। अमरदास गुर हृदय त्यागोर हृदय त्यागो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। एक बहादुर परम कृपाला वाहिगुरु परम कृपाला। श्री गुरु गोबिंद सिंह विसाला। तारों तारा पर पुन पुन सीसा वाहिगुरु पुन पुन सीसा। बंदो बार बार जगदीसा। जिसमें है अमृत ज्ञान है माणक भगत वैराग। गुरु ग्रंथ साहिब उदद बंदो कर अनुराग। कहाँ बुद्ध प्रभ तुच्छ हमारी वर्ण सके महिमा जो तिहारी। हम ना सकत कर सिफत तुम्हारी आप ले हो तुम कथा सुधारी। श्री गुर शब्द कमाए जिन जीते पंच विकार। तिन संतन का बंदना सिर चरणन पर तार। एक ओंकारा सतगुरु ते प्रसाद सच होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। सतनाम श्री वाहिगुरु जी दोहरा। नंद चंद कर बंद कै कहयो समीप मुकंद। धुंधब भयो बुलंद अब को दूजा नाम नंद। नंद चंद कर बंद कै कहयो समीप मुकंद। वाहिगुरु जी का खालसा वाहिगुरु जी की फतेह। परम सन्मान ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਔਰ ਨਿਵਾਜੀ ਹੋਏ ਗੁਰਮੁਖ ਮਾਈ ਭਾਈ ਗੁਰੂ ਪਿਆਰੇ ਗੁਰੂ ਸਵਾਰੀ ਸਤਿਗੁਰੂ ਜੀ का ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ। ਆਪ ਸਰਬ ਵਡਭਾਗੇ ਹੋ ਜੋ ਕਿ ਵਾਲੀਏ ਦੋ ਜਹਾਂ ਦੀਨ ਦੁਨੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ
ਪਾਵਨ ਪਵਿੱਤਰ ਚਰਨਾ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਦਿਆਲਤਾ ਸਦਕਾ ਗੁਰੂ ਕੇ ਹਜ਼ੂਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਬਾਣੀ ਪੜ੍ਹੀ ਸੁਣੀ ਗਈ ਹੈ। ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਕੀਰਤਨ ਗੁਰਮੁਖ ਰਾਗੀ ਸਿੰਘਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੋ ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋਇਆ ਹੈ। ਰਲ ਮਿਲ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜੋ ਪਾਵਨ ਪਵਿੱਤਰ ਜੀਵਨ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰੀਏ। ਪਿਛਲੇ ਸਮੇਂ ਦੌਰਾਨ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਦੋਂ ਇਹ ਵਿਚਾਰ ਆਪਣੇ ਮਨ ਅੰਦਰ ਵਿਚਾਰਨਾ ਕੀਤੀ ਕਿ ਸਾਡੇ ਪਾਸ ਫੌਜਾਂ ਵੀ ਹੋ ਗਈਆਂ, ਸ਼ਸਤਰ ਵਸਤਰ ਵੀ ਹੋ ਗਏ, ਜੰਗ ਯੁੱਧ ਦੇ ਤਿਆਰੇ ਵੀ ਹੋ ਰਹੇ, ਸਾਰਾ ਕੁਝ ਹੋ ਰਿਹਾ ਹੈ ਵੀ ਹੁਣ ਇੱਕ ਨਗਾਰੇ ਦੀ ਲੋੜ ਹੈ ਜੋ ਕਿ ਫੌਜਾਂ ਦੇ ਵਿੱਚ ਬਹੁਤਾ ਉਤਸ਼ਾਹ ਪੈਦਾ ਕਰੇਗਾ। ਇਹ ਵਿਚਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਨਗਾਰਾ ਬਣਾਉਣ ਦੀ ਆਗਿਆ ਜਿਹੜੀ ਹੈ ਗੁਰੂ ਕੇ ਸਿੱਖਾਂ ਨੂੰ ਕੀਤੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਹੁਕਮ ਭਾਈ ਆਨੰਦ ਚੰਦ ਗੁਰੂ ਕੇ ਦੀਵਾਨ ਨੂੰ ਸਤਿਗੁਰਾਂ ਨੇ ਕੀਤਾ ਵੀ ਇੱਕ ਨਗਾਰਾ ਤਿਆਰ ਕਰਵਾਇਆ ਜਾਵੇ। ਜਦੋਂ ਇਹ ਵਚਨ ਭਾਈ ਮਸੰਦਾਂ ਨੂੰ ਪਤਾ ਲੱਗਾ, ਇਹ ਵਚਨ ਮਸੰਦਾਂ ਵਿੱਚ ਪ੍ਰਗਟ ਹੋਇਆ ਜਾ ਕਰਕੇ ਉਹ ਡਰਪੋਕ ਜਿਹਾ ਸੁਭਾਅ ਰੱਖਣ ਵਾਲੇ ਜਿਹੜੇ ਮਸੰਦ ਸਨ, ਉਹਨਾਂ ਨੇ ਜਾ ਕਰਕੇ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਤੁਹਾਡੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਗਾਰਾ ਬਣਵਾਉਣ ਲੱਗੇ ਹੈ। ਕਹਿਣ ਦਾ ਭਾਵ ਉਹਨਾਂ ਦਾ ਇਹੋ ਹੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਲੜਾਈ ਝਗੜਾ ਖੜਾ ਕਰਨਗੇ, ਉਹ ਪੱਧਰ ਖੜਾ ਕਰਨਗੇ, ਕਿਉਂਕਿ ਨਜ਼ਦੀਕ ਹੀ 22 ਧਾਰ ਦੇ ਰਾਜਿਆਂ ਦਾ ਨਿਵਾਸ ਹੈ। ਉਹਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਰਾਜਾ ਜਿਹੜਾ ਭੀਮ ਚੰਦ ਹੈ ਨਾ ਭਾਈ, ਉਹ ਕਹਿਲੂਰ ਦਾ ਰਾਜਾ ਏ ਤੇ ਬਿਲਾਸਪੁਰ ਇਲਾਕੇ ਵਿੱਚ ਆਇਆ ਹੋਇਆ ਸੀ। ਤੇ ਮਾਤਾ ਗੁਜਰੀ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਨਗਾਰਾ ਤਿਆਰ ਕਰਵਾਉਣ ਲੱਗੇ ਹੈ, ਇਹਦੇ ਨਾਲ ਬੜਾ ਉਪੱਦਰ ਖੜਾ ਹੋਏਗਾ, ਕਿਉਂਕਿ ਜਿਹੜੇ 22 ਧਾਰ ਦੇ ਰਾਜੇ ਹਨ ਉਹ ਇਹ ਗੱਲ ਸਹਾਰ ਨਹੀਂ ਸਕਣਗੇ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਗਾਰਾ ਵਜਾਉਣਗੇ ਤੇ ਉਹਨਾਂ ਦੇ ਹਿਰਦਿਆਂ ਵਿੱਚ ਈਰਖਾ ਪੈਦਾ ਹੋਏਗੀ, ਦੁਆਸ਼ ਪੈਦਾ ਹੋਏਗੀ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਰੋਧਤਾ ਕਰਨਗੇ। ਇਸ ਕਰਕੇ ਮਾਤਾ ਜੀ ਅਸੀਂ ਤੇ ਨਹੀਂ ਕਹਿ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਹਾਡੇ ਪੁੱਤਰ ਨੇ, ਤੁਸੀਂ ਸਮਝਾਓ। ਅਸੀਂ ਪਿਛਲੇ ਅਧਿਆਇ ਵਿੱਚ ਸੰਗਤ ਜੀ ਸਰਵਣ ਕੀਤਾ ਹੈ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਮਾਤਾ ਗੁਜਰੀ ਜੀ ਦੇ ਪਾਸ ਗਏ। ਜਾ ਕਰਕੇ ਮਾਤਾ ਜੀਆਂ ਨੂੰ ਜਿਵੇਂ ਸੰਸਾਰੀ ਰੀਤੀ ਦੇ ਅਨੁਸਾਰ ਹਨ ਤੇ ਸਤਿਗੁਰੂ ਪਰ ਸੰਸਾਰੀ ਰੀਤੀ ਵੀ ਨਿਭਾਉਂਦੇ ਨੇ, ਤੇ ਮਾਤਾ ਜੀਆਂ ਨੂੰ ਨਮਸਕਾਰ ਕੀਤੀ, ਪਾਸ ਬੈਠ ਗਏ ਮਾਤਾ ਜੀਆਂ ਦੇ ਤੇ ਵਚਨ ਵਿਲਾਸ ਕਰਦੇ ਆ। ਮਾਤਾ ਜੀ ਨੇ ਕਿਹਾ, ਪੁੱਤਰ ਜੀ ਲਾਲ ਜੀ ਸਾਨੂੰ ਪਤਾ ਲੱਗਾ ਇਹ ਤੁਸੀਂ ਨਗਾਰਾ ਤਿਆਰ ਕਰਵਾ ਰਹੇ ਹੋ। ਤੇ ਨਾਲ ਹੀ ਮਾਤਾ ਜੀ ਸਾਨੂੰ ਸਮਝਾਉਣ ਲੱਗ ਗਏ ਵੀ ਤੁਸੀਂ ਇੱਦਾਂ ਨਾ ਕਰੋ, ਤੁਸੀਂ ਭਾਵੇਂ ਫੌਜਾਂ ਰੱਖੋ, ਜੰਗਲ ਵਿੱਚ ਵਿਚਰੋ, ਸ਼ਿਕਾਰ ਆਦਿਕ ਖੇਡੋ ਮੌਜ ਦੇ ਨਾਲ, ਪਰ ਆ ਜਿਹੜਾ ਨਗਾਰਾ ਬਣਾਉਣ ਵਾਲੀ ਗੱਲ ਹੈ, ਗੁਰੂ ਪਾਤਸ਼ਾਹ ਨੂੰ ਮਾਤਾ ਜੀ ਕਹਿਣ ਲੱਗੇ ਤੁਸੀਂ ਨਗਾਰਾ ਨਾ ਬਣਵਾਓ, ਇਹਦੇ ਨਾਲ ਸਾਡੀ ਵਿਰੋਧਤਾ ਵੈਰ ਪੈ ਜਾਏਗਾ ਪਹਾੜੀ ਰਾਜਿਆਂ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੂੰ ਮਾਤਾ ਜੀ ਸਮਝਾਉਣ ਲੱਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਪੂਰੇ ਸਾਰੇ ਬਚਨ ਸੁਣੇ ਤੇ ਕਹਿਣ ਲੱਗੇ, ਮਾਤਾ ਜੀ ਇਹ ਜਿਹੜਾ ਤੁਸੀਂ ਸਾਨੂੰ ਬਚਨ ਕਰ ਰਹੇ ਹੋ, ਸਾਨੂੰ ਤੇ ਜਿੱਦਾਂ ਕਿਸੇ ਬੱਚੇ ਨੂੰ, ਬਾਲਕ ਨੂੰ ਮਾਤਾ ਡਰਾਉਂਦੀ ਹੈ ਨਾ ਵੀ ਹਊਆ ਆ ਜਾਏਗਾ, ਚੁੱਪ ਕਰਕੇ ਬੈਠ ਜਾ, ਤੁਸੀਂ ਤੇ ਇਉਂ ਡਰਾ ਰਹੇ ਹੋ ਸਾਨੂੰ। ਮਹਾਰਾਜ ਕਹਿੰਦੇ ਅਸੀਂ ਕਿਸੇ ਤੋਂ ਨਹੀਂ ਡਰਦੇ, ਇਹ ਤੁਹਾਡੇ ਨਾਲ ਬਚਨ ਹੈ ਵੀ ਅਸੀਂ ਪਹਿਲ ਨਹੀਂ ਕਰਦੇ, ਪਹਿਲਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨਹੀਂ। ਅਸੀਂ ਕਿਹੜਾ ਕਿਸੇ ਦਾ ਕੋਈ ਰਾਜ ਖੋਹਣਾ ਹੈ ਜਾਂ ਅਸੀਂ ਕਿਸੇ ਨੂੰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਤੇ ਆਪਣਾ ਦਬਦਬਾ ਬਣਾਉਣਾ ਹੈ, ਅਸੀਂ ਤੇ ਆਪਣੀ ਮੌਜ ਵਿੱਚ ਵਿਚਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰਾਜਿਆਂ ਦਾ ਡਰ ਅਸੀਂ ਕਿਉਂ ਰੱਖੀਏ ਹਿਰਦੇ ਵਿੱਚ, ਸਾਨੂੰ ਤੇ ਅਕਾਲ ਪੁਰਖ ਜੀ ਦੀ ਆਗਿਆ ਹੈ, ਅਸੀਂ ਪ੍ਰਗਟ ਹੋਣ ਵਾਸਤੇ ਤਾਂ ਜਗਤ ਵਿੱਚ ਆਏ ਹਾਂ। ਤੇ ਇਹੋ ਜਿਹੇ ਬਚਨ ਵਿਲਾਸ ਮਹਾਰਾਜ ਜੀਆਂ ਨੇ ਮਾਤਾ ਜੀਆਂ ਦੇ ਨਾਲ ਕੀਤੇ ਤੇ ਬਾਹਰ ਆ ਕੇ ਸਤਿਗੁਰਾਂ ਨੇ ਭਾਈ ਦੀਵਾਨ ਦੇ ਵਿੱਚ ਬੈਠ ਕਰਕੇ 20 ਰਸ ਦੇ ਵਿੱਚ ਕਿਹਾ ਵੀ ਜਿਹੜਾ ਨਗਾਰਾ ਹੈ ਉਹ ਤਿਆਰ ਕਰਵਾਇਆ ਜਾਵੇ। ਭਾਈ ਆਨੰਦ ਚੰਦ ਨੂੰ ਹੁਕਮ ਹੋਇਆ ਵੀ ਛੇਤੀ ਜਿਹੜਾ ਨਗਾਰਾ ਹੈ ਤਿਆਰ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਦੀਵਾਨ ਵਿੱਚ ਬੈਠੇ, ਦੀਵਾਨ ਵਿੱਚ ਮਾਮਾ ਕਿਰਪਾਲ ਚੰਦ ਜੀ ਸਤਿਗੁਰਾਂ ਦੇ ਪਾਸ ਸਨ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਮਹਾਰਾਜ ਉਂਝ ਤੇ ਤੁਸੀਂ ਸਾਰਾ ਕੁਝ ਜਾਣਦੇ ਹੀ ਹੋ, ਤਰਲੋਕੀ ਦੇ ਨਾਥ ਹੋ, ਮਾਲਕ ਹੋ, ਜੋ ਸਾਰੇ ਜਗਤ ਸੰਸਾਰ ਬ੍ਰਹਮੰਡਾਂ ਵਿੱਚ ਵਰਤਦਾ ਤੁਹਾਨੂੰ ਗਿਆਤ ਹੈ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੀਤੀਵਾਨਾਂ ਦੀ ਇਹ ਰਾਏ ਹੈ ਬਈ ਜੇ ਜਿਹਦੇ ਨਾਲ, ਜਿਸ ਰਾਜੇ ਨਾਲ ਦੂਸਰੇ ਰਾਜੇ ਦੀ ਹੱਦ ਮਿਲਦੀ ਹੋਵੇ, ਜਿਵੇਂ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੀ
ਜਿਹੜੀ ਹੱਦ ਹੈ ਸਾਡੀ ਅਨੰਦਪੁਰ ਸਾਹਿਬ ਦੀ, ਉਹ ਰਾਜੇ ਭੀਮ ਚੰਦ ਨਾਲ ਮਿਲਦੀ ਜਾ ਕੇ, ਜਿਹਨੂੰ ਅਸੀਂ ਪਿੰਡਾਂ ਵਾਲੇ ਜੂਹ ਕਹਿ ਦਿੰਦੇ ਆ। ਅਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਨਜ਼ਦੀਕੀ ਰਾਜਾ ਹੋਵੇ, ਜੇ ਉਹਦੇ ਨਾਲ ਝਗੜਾ ਹੋ ਜਾਵੇ ਨਾ, ਨੀਤੀ ਵਾਲੇ ਕਹਿੰਦੇ ਆ ਵੀ ਜਿਹੜਾ ਉਦੋਂ ਤੀਸਰੀ ਥਾਂ 'ਤੇ ਕੋਈ ਰਾਜਾ, ਉਹਦੇ ਨਾਲ ਸੰਬੰਧ ਬਣਾ ਕੇ ਰੱਖਣਾ ਚਾਹੀਦਾ ਬਈ ਉਹਦੇ ਨਾਲ ਨਹੀਂ, ਫਿਰ ਉਹਨੂੰ ਕੋਈ ਫਿਕਰ ਨਹੀਂ ਹੁੰਦਾ, ਕੋਈ ਉਹਦੇ ਨਾਲ ਵਿਗਾੜ ਨਹੀਂ ਪੈਂਦਾ। ਇਹਦਾ ਨੀਤੀ ਦੀਆਂ ਗੱਲਾਂ ਸਮਝਾਈਆਂ। ਫਿਰ ਪਾਸ ਹੀ ਭਾਈ ਜਿਹੜੇ ਉਹ ਮਸੰਦ ਕੁਝ ਬੈਠੇ ਹੋਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ, ਉਹ ਮਸੰਦ ਵੀ ਕਹਿਣ ਲੱਗੇ, ਮਹਾਰਾਜ ਤੁਸੀਂ ਸਾਰਿਆਂ ਦੇ ਸਾਂਝੇ ਗੁਰੂ ਹੋ, ਤੁਹਾਨੂੰ ਕੀ ਜ਼ਰੂਰਤ ਹੈ ਆਹ ਨਗਾਰੇ ਬਣਾਉਣ ਦੀ, ਜੰਗ ਯੁੱਧ ਕਰਨ ਦੀ, ਤੁਸੀਂ ਤਾਂ ਸਾਰਿਆਂ ਨਾਲ ਇੱਕਮਿਕਤਾ ਰੱਖਣ ਵਾਲੇ ਹੋ, ਸਾਰਿਆਂ ਨੂੰ, ਸਾਰੇ ਤੁਹਾਡੀ ਦ੍ਰਿਸ਼ਟੀ ਵਿੱਚ ਸਮਾਨ ਨੇ, ਕੋਈ ਛੋਟਾ ਵੱਡਾ ਨਹੀਂ, ਉੱਚਾ ਨੀਵਾਂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਜਦੋਂ ਕਿਸੇ ਨਾਲ ਜੰਗ ਯੁੱਧ ਕਰਨਾ ਹੋਵੇ, ਮਸੰਦ ਕਹਿੰਦੇ ਬੈਰੀ ਦਾ ਦਲ ਅਤੇ ਬੈਰੀ ਦਾ ਬਲ ਜਾਂਚ ਲੈਣਾ ਚਾਹੀਦਾ, ਕਿੰਨਾ ਕੁ ਬੈਰੀ ਛਲੀਆ ਏ, ਕਿੰਨੇ ਕੁ ਛਲ ਫਰੇਬ ਕਰਦਾ, ਇਹਦਾ ਗਿਆਨ ਹੋਣਾ ਚਾਹੀਦਾ। ਭਾਈ ਸੰਘੋ ਸ਼ਾਹ ਮਾਤਾ ਬੀਰੋ ਜੀ ਦੇ ਵੱਡੇ ਪੁੱਤਰ ਜਿਹੜੇ ਪੰਜੇ ਵੀਰ ਭਰਾ ਸਨ, ਉਹ ਮਹਾਰਾਜ ਦੇ ਹਜ਼ੂਰ ਬੈਠੇ ਸੀ, ਅਤੇ ਭਾਈ ਸੰਘੋ ਸ਼ਾਹ ਜੀ ਨੇ ਬੜੇ ਕ੍ਰੋਧ ਦੇ ਵਿੱਚ ਤਮਕ ਕੇ ਜੇ ਬਚਨ ਕੀਤੇ, ਕਹਿਣ ਲੱਗੇ ਵੀ ਜੇ ਤੁਸੀਂ ਰਾਜਿਆਂ ਤੋਂ ਡਰਾਉਂਦੇ ਹੋ, ਕਿਉਂਕਿ ਮਸੰਦਾਂ ਨੇ ਕਿਹਾ ਮਹਾਰਾਜ ਰਾਜਿਆਂ ਕੋਲੇ ਬੜਾ ਰਾਜ ਸਾਜ ਦਾ ਸਮਾਨ ਹੈ, ਜੰਗ ਯੁੱਧ ਦੇ ਸ਼ਾਸਤਰ ਨੇ, ਸੈਨਾਵਾਂ ਨੇ, ਬਲ ਰੱਖਦੇ ਹੈ, ਫਿਰ ਰਾਜਿਆਂ ਕੋਲੇ ਜ਼ਮੀਨ ਆਦਿਕ ਹੁੰਦੀ, ਮਾਇਆ ਆਦਿਕ ਹੁੰਦੀ, ਜੋ ਚਾਹੁਣ ਕਰ ਸਕਦੇ ਹੈ। ਮਹਾਰਾਜ ਉਹਨਾਂ ਕੋਲੇ ਪੌਣੀਆਂ ਤੋਪਾਂ, ਵੱਡੀਆਂ ਪੂਰੀਆਂ ਤੋਪਾਂ, ਅਤੇ ਜਿਨ੍ਹਾਂ ਦੇ ਨਾਲ ਉਹ ਜੇ ਹਮਲਾ ਕਰਨ ਅਤੇ ਜਿਹਨੂੰ ਚਾਹੁਣ ਉਹਨੂੰ ਜਿੱਤ ਸਕਦੇ ਆ, ਸਾਡੇ ਕੋਲ ਕੀ ਹੈ। ਜਦੋਂ ਇੱਦਾਂ ਦੀਆਂ ਗੱਲਾਂ ਬਾਤਾਂ ਕਹੀਆਂ, ਅਤੇ ਭਾਈ ਸੰਘੋ ਸ਼ਾਹ ਜੀ ਕਹਿਣ ਲੱਗੇ, ਜਿਹੜੇ ਰਾਜਿਆਂ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਨਾਂ ਰਾਜਿਆਂ ਨੂੰ ਸਾਡੇ ਜਿਹੜੇ ਪਿਤਾਮਾ ਸਨ ਵਡੇਰੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਾਦਾ ਜੀ ਲੱਗਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ। ਭਾਈ ਸੰਘੋ ਸ਼ਾਹ ਜੀ ਹੁਣੀ ਜਿਹੜੇ ਮਾਤਾ ਬੀਰੋ ਜੀ ਦੇ ਪੁੱਤਰ, ਉਹਨਾਂ ਦੇ ਨਾਨਾ ਜੀ ਲੱਗਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਕਹਿਣ ਲੱਗੇ ਸਾਡੇ ਨਾਨਾ ਸਤਿਗੁਰਾਂ ਨੇ ਆ ਜਿਹੜੇ ਤੁਸੀਂ ਰਾਜਿਆਂ ਦੀਆਂ ਗੱਲਾਂ ਕਰਦੇ ਹੋ, ਮੈਦਾਨੇ ਜੰਗ ਵਿੱਚ ਜੂਝ ਕੇ, ਜੰਗ ਕਰਕੇ ਇਹਨਾਂ ਨੂੰ ਲੇਥੂ ਪੇਥੂ ਕਰਕੇ ਧਰਤੀ 'ਤੇ ਸੁੱਟ ਦਿੱਤਾ ਸੀ। ਹੁਣ ਉਸੇ ਰੀਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਣਾਇਆ। ਸਤਿਗੁਰੂ ਰਾਜ ਭਾਗ ਅਪਣਾਉਣਾ ਚਾਹੁੰਦੇ, ਰਾਜ ਭਾਗ ਕਰਨਾ ਚਾਹੁੰਦੇ ਹੈ, ਅਤੇ ਤੁਸੀਂ ਮਸੰਦੋਆ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਡਰਾਉਣ ਜੇ ਵਾਲੀਆਂ। ਅਤੇ ਜੇ ਉਹਨਾਂ ਕੋਲੇ ਦਲ ਬਲ ਹੈ, ਅਤੇ ਭਾਈ ਸੰਘੋ ਸ਼ਾਹ ਜੀ ਕਹਿੰਦੇ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਹਾਂ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਸੰਘੋ ਸ਼ਾਹ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ। ਮਹਾਰਾਜ ਜੀਆਂ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ ਵੀ ਮਾਮਾ ਜੀ, ਜੇ ਕੋਈ ਸਾਡੇ ਨਾਲ ਵੈਰ ਕਰੇਗਾ ਤਾਂ ਉਹਦੇ ਨਾਲ ਅਸੀਂ ਵੈਰ ਕਰਾਂਗੇ, ਜੇ ਸਾਡੇ ਨਾਲ ਕੋਈ ਨਿਮਰਤਾ ਨਾਲ ਮਿਲੇਗਾ ਅਸੀਂ ਉਹਦੇ ਨਾਲ ਨਿਮਰਤਾ ਨਾਲ ਮਿਲਾਂਗੇ। ਸੋ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰੂ ਘਰ ਨਾ ਗੁਰੂ ਨਾਨਕ ਦਾ ਦਰਬਾਰ ਸ਼ੀਸ਼ੇ ਵਰਗਾ ਹੈ, ਜਿਹੋ ਜਿਹਾ ਕੋਈ ਮੁੱਖ ਵੇਖ ਲਏਗਾ ਉਹੋ ਜਿਹਾ ਦ੍ਰਿਸ਼ਟੀ ਪੈ ਜਾਏਗਾ। ਅਤੇ ਜੇ ਕੋਈ ਵੈਰ ਕਮਾਏਗਾ, ਮਹਾਰਾਜ ਕਹਿੰਦੇ ਜੇ ਸਾਡੇ ਨਾਲ ਕੋਈ ਸਖਤਾਈ ਵਰਤੇਗਾ ਅਸੀਂ ਉਹਦੇ ਨਾਲ ਸਖਤ ਹੋ ਜਾਵਾਂਗੇ, ਜੇ ਕੋਈ ਸਾਡੇ ਨਾਲ ਸਮਾਨ ਹੋ ਕੇ ਰਹੇਗਾ, ਮਹਾਰਾਜ ਕਹਿੰਦੇ ਉਹਦੇ ਨਾਲ ਅਸੀਂ ਸਮਾਨ ਹੋ ਕੇ ਰਹਾਂਗੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਭਾਈ ਨੰਦ ਚੰਦ ਨੂੰ ਹੁਕਮ ਕੀਤਾ ਬਈ ਛੇਤੀ ਜਿਹੜਾ ਇਹ ਨਗਾਰਾ ਹੈ ਨਾ ਤਿਆਰ ਕੀਤਾ ਜਾਵੇ, ਐਨ ਮਸਾਲੇ ਆਦਿਕ ਰਲਾ ਕੇ, ਜਿਹੜੇ ਨਗਾਰੇ ਦੀ ਆਵਾਜ਼ ਬਹੁਤ ਗਰਜਮੀ ਹੋਵੇ। ਇਹ ਪ੍ਰਸੰਗ ਆਪਾਂ ਪਿਛਲੇ ਸਮੇਂ ਦੌਰਾਨ ਸੰਗਤ ਜੀ ਸਰਵਣ ਕਰ ਰਹੇ ਸੀ। ਹੁਣ ਇਸ ਤੋਂ ਅਗਲਾ ਅਧਿਆਇ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਪ੍ਰਥਾਏ ਵਰਣਨ ਕਰ ਰਹੇ ਨੇ। ਰਣਜੀਤ ਨਗਾਰਾ ਤਿਆਰ ਹੋਏਗਾ, ਵੱਜੇਗਾ, ਭਾਈ ਨੰਦ ਚੰਦ ਮਹਾਰਾਜ ਨੂੰ ਬੇਨਤੀ ਕਰਦੇ ਆ ਕਰਕੇ ਉਹ ਸਾਰਾ ਪ੍ਰਸੰਗ ਆ ਰਿਹਾ ਹੈ। ਆਪਾਂ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਪਵਿੱਤਰ ਇਤਿਹਾਸ ਸਰਵਣ ਕਰੀਏ। ਮਨ ਦੇ ਟਿਕਾਓ ਵਾਸਤੇ ਇੱਕ ਵਾਰ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨੰਦ ਚੰਦ ਕਰ ਬੰਦ ਕੈ, ਕਹਿਓ ਸਮੀਪ ਮੁਕੰਦ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦਾ ਅਗਲਾ ਪ੍ਰਸੰਗ ਕਵੀ ਜੀ ਵਰਣਨ ਕਰਦੇ ਆ, ਜ਼ਿਕਰ ਕਰਦੇ ਨੇ। ਜਦੋਂ ਸਤਿਗੁਰਾਂ ਨੇ ਭਾਈ ਨੰਦ ਚੰਦ ਜੀ ਨੂੰ ਨਗਾਰਾ ਤਿਆਰ ਕਰਨ ਦਾ ਹੁਕਮ ਕਰ ਦਿੱਤਾ ਵੀ ਐਨ ਮੜ ਕੇ ਸਜਾ ਕੇ ਤਿਆਰ ਕਰਕੇ ਨਗਾਰਾ ਲੈ ਕਰਕੇ ਆਓ, ਤੇ ਕਵੀ ਜੀ ਕਹਿੰਦੇ ਫਿਰ ਭਾਈ ਨੰਦ ਚੰਦ ਨੇ ਮਹਾਰਾਜ ਜੀ ਦੀ ਆਗਿਆ ਮੰਨ ਕੇ ਬੜਾ ਸੋਹਣਾ ਨਗਾਰਾ ਜਿਹੜਾ ਉਹ ਤਿਆਰ ਕਰਵਾਇਆ ਵੱਡੇ ਆਕਾਰ ਦਾ। ਤੇ ਨੰਦ ਚੰਦ ਕਰ ਬੰਦ ਕਹਿ, ਦੋਨੋਂ ਹੱਥ ਜੋੜ ਕੇ ਭਾਈ ਨੰਦ ਚੰਦ ਮੁਕਤੀ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਆ ਕਰਕੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਧੁੰਦਬ ਪਇਓ ਬੁਲੰਦ ਆਬ, ਕੋ ਦੂਜਾ ਨਾ ਮਨੰਦ। ਭਾਈ ਨੰਦ ਚੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਹੁਕਮ ਅਨੁਸਾਰ ਬੜਾ ਸੋਹਣਾ ਜਿਹੜਾ ਸੁੰਦਰ ਨਗਾਰਾ ਏ ਉਹ ਤਿਆਰ ਹੋ ਗਿਆ, ਬਹੁਤ ਵੱਡੇ ਆਕਾਰ ਦਾ।
ਇਹੋ ਜਿਹਾ ਦੂਸਰਾ ਕੋਈ ਨਗਾਰਾ ਜਿਹੜਾ ਹੈ ਜਾਣੇ ਹੀ ਨਹੀਂ ਜਾਂਦਾ, ਇਹਦੇ ਸਦਰਸ ਦੂਸਰਾ ਕੋਈ ਨਹੀਂ ਹੈ ਜੀ। ਚੌਪਈ ਸੁਨ ਸਤਿਗੁਰ ਨਿਸਮਹਿ ਤਬ ਸੋਏ, ਉਠੇ ਬਹਰ ਪ੍ਰਾਤੀ ਕਹ ਜੋਏ। ਇਸ ਤਰ੍ਹਾਂ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਆਨੰਦ ਚੰਦ ਦੀ ਬੇਨਤੀ ਸੁਣੀ। ਕਵੀ ਜੀ ਕਹਿੰਦੇ ਉਸ ਦਿਨ ਰਾਤ ਹੋਈ, ਸ਼ਾਮ ਦਾ ਵੇਲਾ, ਰਾਤ ਦਾ ਵੇਲਾ ਹੋ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਰਾਮ ਫਰਮਾਣਾ ਕੀਤਾ ਹੈ। ਫਿਰ ਅੰਮ੍ਰਿਤ ਵੇਲਾ ਹੋਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜਾਗੇ ਹਨ। ਅਦਕ ਤਿਹਾਵਲ ਕਰ ਮੰਗਵਾਇਓ, ਹੈ ਪਰ ਦੂੰਦਵ ਦੀ ਕਸਾਇਓ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਦੀ ਸੰਭਾਲਣਾ ਕੀਤੀ। ਤਿਆਰਪੁਰ ਤਿਆਰ ਹੋਏ, ਜਦੋਂ ਦਿਨ ਚੜ੍ਹਿਆ ਤੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਭਾਈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਸਿੱਖਾਂ ਨੂੰ ਹੁਕਮ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਓ ਬਹੁਤੀ। ਫਿਰ ਭਾਈ ਹੈ ਨਾਮ ਹੁੰਦਾ ਘੋੜੇ ਦਾ, ਇੱਕ ਘੋੜੇ ਦੇ ਉੱਪਰ ਜਿਹੜਾ ਇਹ ਵੱਡੇ ਆਕਾਰ ਦਾ ਨਗਾਰਾ ਤਿਆਰ ਕੀਤਾ ਹੈ, ਇਹਨੂੰ ਹੁਕਮ ਕਰਕੇ ਘੋੜੇ ਉੱਪਰ ਬੰਧਵਾਉਣਾ ਕੀਤਾ, ਬੰਧਨਾ ਕੀਤਾ ਹੈ। ਸ੍ਰੀ ਨਾਨਕ ਤੇ ਆਦਿਕ ਨਾਮੋ, ਲੈ ਅਰਦਾਸ ਕਰੀ ਅਬਿਰਾਮੋ। ਇਸ ਤਰ੍ਹਾਂ ਭਾਈ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਮਹਾਰਾਜ ਜੀਆਂ ਤੋਂ ਲੈ ਕਰਕੇ 9 ਸਤਿਗੁਰੂ ਸਾਹਿਬਾਨਾਂ ਦੇ ਨਾਮ ਉਚਾਰਨ ਕਰਕੇ ਅਰਦਾਸ ਬੇਨਤੀ ਕੀਤੀ ਹੈ, ਬਹੁਤ ਸ੍ਰੇਸ਼ਟ ਸੁੰਦਰਤਾ ਦੇ ਸਹਿਤ। ਪੁਨ ਤੋਂ ਸਾ ਤੂੰ ਕਾਰਨ ਕੀਨਾ, ਦੂਰ ਦੂਰ ਲਗ ਧੁਨ ਸੁਨ ਲੀਨਾ। ਇਉਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਫਿਰ ਭਾਈ ਅਰਦਾਸ ਕੀਤੀ ਹੈ। 9 ਗੁਰੂ ਸਾਹਿਬਾਨਾਂ ਦੇ ਨਾਮ ਉਚਾਰਨ ਕਰਕੇ ਸਾਰੇ ਸਤਿਗੁਰਾਂ ਅੱਗੇ ਅਰਦਾਸ ਕਰਕੇ ਫਿਰ ਭਾਈ ਜਿਹੜਾ ਇਹ ਨਗਾਰਾ ਤਿਆਰ ਹੋਇਆ ਹੈ ਇਹਨੂੰ ਵਜਵਾਉਣਾ ਕੀਤਾ ਹੈ। ਇਹਦੇ ਤੇ ਚੋਟਾਂ ਲਗਵਾਈਆਂ, ਜਿਹਦੀ ਆਵਾਜ਼ ਜਿਹੜੀ ਹੈ ਬੜੀ ਗਰਜਵੀਂ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਸਭ ਕੈ ਮਨ ਬਦਿਓ ਉਤਸਾਹੋ, ਪੁਰ ਨਰ ਅਨਕ ਆਏ ਗੈ ਪਾਹੂ। ਇਉਂ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਨਗਾਰੇ ਤੇ ਚੋਟਾਂ ਲਗਵਾਈਆਂ ਹੈ ਤੇ ਇਸ ਨਗਾਰੇ ਦੀ ਆਵਾਜ਼ ਸੁਣ ਕੇ ਸੂਰਮਿਆਂ ਦੇ ਯੋਧਿਆਂ ਦੇ ਮਨਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ ਤੇ ਜਿਹੜੇ ਪੁਰ ਨਰ ਅਨਕ ਆਏਗੇ ਪਾਹੂ, ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਹਿਣ ਵਾਲੇ ਅਨੇਕ ਨਰ ਨਾਰੀਆਂ ਇਹ ਨਗਾਰੇ ਦੀ ਆਵਾਜ਼ ਸੁਣ ਕੇ ਗੁਰੂ ਪਾਤਸ਼ਾਹ ਦੇ ਹਜ਼ੂਰ ਆਏ ਹਨ। ਪੰਚਾਮ੍ਰਿਤ ਸਭ ਮੈਂ ਵਰਤਾਇਓ, ਗੁਰਨ ਸਰਾਹਿ ਸਵਾਦ ਸਭ ਪਾਇਓ। ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਭਾਈ ਤਿਆਰ ਕੀਤੀ ਗਈ ਹੈ, ਇਹ ਕੜਾਹ ਪ੍ਰਸ਼ਾਦ ਦੀ ਦੇਗ ਸਾਰੀਆਂ ਸੰਗਤਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰਕੇ ਵਰਤਵਾਉਣਾ ਕੀਤੀ ਹੈ ਤੇ ਗੁਰਨ ਸਰਾਹੇ ਸਵਾਦ ਸਭ ਪਾਇਓ। ਸਾਰੀਆਂ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਛਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਪਮਾ ਕੀਤੀ ਵੀ ਬੜਾ ਸਵਾਦਿਸ਼ਟ ਕੜਾਹ ਪ੍ਰਸ਼ਾਦ ਮਹਾਰਾਜ ਜੀਆਂ ਨੇ ਤਿਆਰ ਕਰਵਾਇਆ ਹੈ। ਸਭ ਸੁਭਟਨ ਤਿਆਰੀ ਨਿਜ ਕਰੇ, ਤਤ ਸੈਨ ਜੀਨ ਤਰੰਗਨ ਪਰੇ। ਤਦੋਂ ਫਿਰ ਭਾਈ ਸਾਰੇ ਜਿਹੜੇ ਗੁਰੂ ਕੇ ਸੂਰਮੇ ਹਨ ਉਹਨਾਂ ਨੇ ਆਪਣੀ ਆਪਣੀ ਤਿਆਰੀ ਕੀਤੀ। ਸਾਰੇ ਸੂਰਮੇ ਭਾਈ ਤਿਆਰ ਹੋ ਗਏ। ਤਤ ਛਿਨ ਜੀਨ ਤੁਰੰਗਨ ਪਰੇ, ਛੇਤੀ ਨਾਲ ਭਾਈ ਘੋੜਿਆਂ ਉੱਤੇ ਕਾਠੀਆਂ ਕਸ਼ਣਾ ਕੀਤੀਆਂ। ਸਭ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਕਸ਼ ਲਈਆਂ। ਸ਼ਸਤਰ ਵਸਤਰ ਸੁਭ ਅੰਗ ਲਗਾਏ, ਉਤਸਾਹਤ ਸਤਿਗੁਰ ਡਿਗ ਆਏ। ਸਾਰਿਆਂ ਨੇ ਭਾਈ ਸੂਰਮਿਆਂ ਨੇ ਸ਼ਾਸਤਰ ਤੇ ਸੁੰਦਰ ਵਸਤਰ ਆਪਣੇ ਤਨਾਂ ਤੇ ਸਜਾ ਲਏ, ਸੋਹਣੇ ਵਸਤਰ ਪਹਿਨ ਲਏ। ਸ਼ਾਸਤਰਾਂ ਨੂੰ ਤਨਾਂ ਤੇ ਸਰੀਰਾਂ ਤੇ ਸਜਾਉਣਾ ਕੀਤਾ ਹੈ ਤੇ ਬੜੇ ਉਤਸ਼ਾਹਤ ਹੋ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਆਏ ਹਨ। ਇਤਨੇ ਮੈਂ ਮਸੰਦ ਮਿਲ ਦੋਏ, ਸ੍ਰੀ ਗੁਜਰੀ ਕਹਿ ਭੇਜੇ ਸੋਏ। ਇੰਨੇ ਟਾਈਮ ਨੂੰ ਕਵੀ ਜੀ ਕਹਿੰਦੇ 2 ਮਸੰਦ ਜਿਹੜੇ ਸਾਨੂੰ ਆਪਸ ਵਿੱਚ ਮਿਲ ਕੇ ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਬੇਨਤੀ ਕਰਨ ਲੱਗੇ। ਮਾਤਾ ਗੁਜਰੀ ਜੀ ਦੇ ਪਾਸ ਗਏ ਹਨ। ਹਾਥ ਜੋੜ ਤਿਨ ਅਰਜ ਗੁਜਾਰੀ, ਤੁਮ ਪ੍ਰਤੀ ਮਾਤਾ ਦੇਵ ਉਚਾਰੀ। ਇਸ ਤਰ੍ਹਾਂ ਭਾਈ ਹਾਥ ਜੋੜ ਤਿਨ ਅਰਜ ਗੁਜਾਰੀ, ਤੁਮ ਪ੍ਰਤ ਮਾਤਾ ਏਵ ਉਚਾਰੀ। ਦੋਨੋਂ ਮਸੰਦ ਮਾਤਾ ਗੁਜਰੀ ਜੀ ਦੇ ਕੋਲ ਗਏ। ਜਾ ਕੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ, ਮਾਤਾ ਜੀ ਅਸੀਂ ਤੁਹਾਨੂੰ ਬੇਨਤੀ ਕੀਤੀ ਸੀ, ਤੁਹਾਨੂੰ ਇਸ ਤਰ੍ਹਾਂ ਕਿਹਾ ਸੀ, ਸਮਝਾਇਆ ਸੀ। ਤੁਮ ਪ੍ਰਤ ਮਾਤਾ ਏਵ ਉਚਾਰੀ, ਵੀ ਤੁਹਾਨੂੰ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਗਾਰਾ ਤਿਆਰ ਕਰਵਾ ਰਹੇ ਆ, ਨਗਾਰੇ ਵਜਵਾਉਣਗੇ ਮਹਾਰਾਜ ਸੱਚੇ ਪਾਤਸ਼ਾਹ। ਕਯੋ ਇਮ ਕਰੋ ਜੇ ਬਦਹਿ ਬਖੇਰਾ, ਨ੍ਰਿਪ ਕਹਿ ਲੂਰੀ ਬਲੀ ਬਡੇਰਾ। ਮਾਤਾ ਜੀ ਜਿਹੜਾ ਬਚਨ ਤੁਹਾਨੂੰ ਅਸੀਂ ਸਮਝਾਇਆ, ਇਹ ਕਹਿਣ ਲੱਗੇ ਮਸੰਦ ਮਾਤਾ ਜੀ ਦੇ ਕੋਲ ਜਾ ਕੇ
ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੁਹਾਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਸਮਝਾਓ ਜਾ ਕੇ ਸਤਿਗੁਰਾਂ ਨੂੰ ਵੀ ਤੁਸੀਂ ਇੱਦਾਂ ਨਗਾਰੇ ਵਜਾਉਣ ਵਾਲੀ ਪ੍ਰਕਿਰਿਆ ਜਿਹੜੀ ਕਿਉਂ ਕਰਦੇ ਹੋ, ਨਗਾਰੇ ਆਦਿਕ ਕਿਉਂ ਵਜਾਉਂਦੇ ਹੋ, ਇਹਦੇ ਨਾਲ ਲੜਾਈ ਝਗੜਾ ਵਧੇਗਾ, ਇਹਦੇ ਨਾਲ ਬਖੇੜਾ ਵੱਧ ਜਾਏਗਾ। ਕਿਉਂਕਿ ਜਿਹੜਾ ਰਾਜਾ ਭੀਮ ਚੰਦ ਹੈ ਕਹਿਲੂਰ ਦਾ ਰਾਜਾ, ਇਹ ਬਹੁਤੇ ਬਲ ਵਾਲਾ ਤੇ ਵੱਡਾ ਰਾਜਾ ਹੈ। ਤਾਹੇ ਦੇਸ ਦੁੰਦਬ ਬਜਵਾਵੋ, ਨਾਹਿਕ ਬੈਠੇ ਸਦਨ ਖਿਜਾਵਹੁ। ਮਾਤਾ ਜੀ ਤੁਸੀਂ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾਓ ਬਈ ਤਾਹੇ ਦੇਸ ਦੁੰਦਬ ਬਜਵਾਵੋ। ਤੁਸੀਂ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਅਸੀਂ ਰਾਜੇ ਭੀਮ ਚੰਦ ਦੇ ਦੇਸ਼ ਵਿੱਚ, ਉਹਦੇ ਇਲਾਕੇ ਵਿੱਚ ਅਸੀਂ ਆਪਣਾ ਨਗਾਰਾ ਕਿਉਂ ਵਜਾਉਂਦੇ ਹੋ। ਨਗਾਰਾ ਜਿਹੜਾ ਨਾ ਭਾਈ ਇੱਕ ਤਰ੍ਹਾਂ ਆਜ਼ਾਦੀ ਦਾ ਪ੍ਰਤੀਕ ਹੈ। ਆਜ਼ਾਦੀ ਦਾ ਪ੍ਰਤੀਕ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦਾ ਆਪਣਾ ਕਹਿਣਾ ਹੈ ਵੀ ਅਸੀਂ ਕਿਸੇ ਦੇ ਅਧੀਨ ਨਹੀਂ ਹਾਂ, ਅਸੀਂ ਕਿਸੇ ਦੇ ਅਧੀਨ ਨਹੀਂ, ਅਸੀਂ ਆਜ਼ਾਦ ਹਾਂ, ਆਪਣੀ ਮੌਜ ਵਿੱਚ ਵਿਚਰਨ ਵਾਲੇ ਹਾਂ, ਜਿਵੇਂ ਚਾਹਾਂਗੇ ਵਿਚਰਾਂਗੇ, ਜੋ ਚਾਹਾਂਗੇ ਨਗਾਰੇ ਆਦਿਕ ਵਜਾਵਾਂਗੇ। ਤਾਂ ਮਾਤਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਵੀ ਇਹ ਰਾਜੇ ਭੀਮ ਚੰਦ ਦਾ ਦੇਸ਼ ਹੈ, ਉਹਦੇ ਇਲਾਕੇ ਵਿੱਚ ਕਿਉਂ ਨਗਾਰਾ ਵਜਾਉਂਦੇ ਹੋ ਤੁਸੀਂ। ਨਾਹਕ ਬੈਠੇ ਸਦਨ ਖਿਜਾਵੋ, ਨਾਹਕ ਹੁੰਦਾ ਬੇਵਜ੍ਹਾ। ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਰਾਜਾ ਭੀਮ ਚੰਦ ਆਪਣੇ ਘਰ ਟਿਕਿਆ ਬੈਠਾ ਹੈ, ਤੁਸੀਂ ਬੇਵਜ੍ਹਾ ਹੀ ਉਹਨੂੰ ਖਿਜਾਈ ਜਾਂਦੇ ਹੋ। ਜੇ ਸਿਕਾਰ ਕੋ ਸੌਂਕ ਮਹਾਨਾ, ਗਮਨਹੁ ਵਿਪਨ ਵਿਹੀਨ ਨਿਸ਼ਾਨਾ। ਮਾਤਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਤੁਸੀਂ ਸਮਝਾਓ ਜਾ ਕਰਕੇ ਵੀ ਜੇ ਤੁਸੀਂ ਸ਼ਿਕਾਰ ਆਦਿਕ ਖੇਡਣ ਦਾ ਤੁਹਾਨੂੰ ਸ਼ੌਂਕ ਹੈ, ਮੌਜ ਹੈ ਨਾ, ਤੁਹਾਡੀ ਖੁਸ਼ੀ ਹੈ, ਤੁਸੀਂ ਸ਼ਿਕਾਰ ਖੇਡਣਾ ਤੇ ਖੇਡੋ, ਤੇ ਤੁਸੀਂ ਸ਼ਿਕਾਰ ਖੇਡਣ ਵਾਸਤੇ ਜਾਣਾ ਹੈ। ਗਮਨਹੁ ਵਿਪਨ ਵਿਹੀਨ ਨਿਸ਼ਾਨਾ, ਮਹਾਰਾਜ ਨੂੰ ਕਹੋ ਤੁਸੀਂ ਵੀ ਨਗਾਰਿਆਂ ਤੋਂ ਬਿਨਾਂ ਵੀ ਤਾਂ ਤੁਸੀਂ ਸ਼ਿਕਾਰ ਖੇਡਣ ਜਾ ਸਕਦੇ ਹੋ, ਨਗਾਰਾ ਵਜਾਉਂਦਿਆਂ ਕਿਉਂ ਸ਼ਿਕਾਰ ਖੇਡਣ ਜਾ ਰਹੇ ਹੋ, ਸਮਝਾਉਣਾ ਕਰੋ ਵੀ ਨਗਾਰੇ ਤੋਂ ਬਿਨਾਂ ਹੀ ਤੁਸੀਂ ਸ਼ਿਕਾਰ ਖੇਡਣ ਚਲੇ ਜਾਇਆ ਕਰੋ। ਮਨ ਭਾਵਨ ਵਿਚਰਹੁ ਹਰ ਖਾਵਹੁ, ਨਿਸ਼ਾ ਪਰੇ ਆਨੰਦਪੁਰ ਆਵਹੁ। ਤੇ ਮਹਾਰਾਜ ਨੂੰ ਮਾਤਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਝਾਓ ਵੀ ਜਿਵੇਂ ਤੁਹਾਡੇ ਮਨ ਦੀ ਮੌਜ ਹੋਵੇ ਉਵੇਂ ਜੰਗਲਾਂ ਆਦਿਕ ਦੇ ਵਿੱਚ ਵਿਚਰੋ, ਸ਼ਿਕਾਰ ਖੇਡੋ ਤੇ ਖੁਸ਼ੀ ਪ੍ਰਸੰਨਤਾ ਧਾਰਨ ਕਰੋ। ਜਦੋਂ ਸ਼ਿਕਾਰ ਖੇਡ ਕੇ ਮਨ ਐਨ ਆਨੰਦ ਹੋ ਜਾਵੇ, ਫਿਰ ਨਿਸ਼ਾ ਪਰੇ ਜਦੋਂ ਰਾਤ ਪੈ ਜਾਂਦੀ, ਫਿਰ ਸ਼੍ਰੀ ਸ਼ਾਮ ਦੇ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਪਸ ਆ ਜਾਇਆ ਕਰੋ। ਅਪਰ ਮਸੰਤ ਨਿਕਟ ਜੇ ਹੁਤੇ, ਸੁਨ ਕੈ ਸਕਲ ਮਾਤ ਕੇ ਮਤੇ। ਇਸ ਤਰ੍ਹਾਂ ਭਾਈ ਜਿਹੜੇ ਹੋਰ ਮਸੰਦ ਸਨ ਤੇ ਕਵੀ ਸੰਤੋਖ ਸਿੰਘ ਜੀਆਂ ਨੇ ਜ਼ਿਕਰ ਕੀਤਾ ਹੈ, ਪਿੱਛੇ ਆਪਾਂ ਵਿਚਾਰਿਆ ਨਾ ਵੀ ਜਿਹੜੇ ਉਹ ਮਸੰਦ ਸਨ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਆਏ ਸਨ। ਫਿਰ ਮਾਤਾ ਗੁਜਰੀ ਦੀ ਜਿਹੜੀ ਵਿਚਾਰ ਹੈ ਉਹ ਭਾਈ ਇਹਨਾਂ ਨੇ ਸੁਣਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ, ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਾਰੇ ਵਿਚਾਰੇ ਸੁਣਾ ਰਹੇ ਆ, ਮਹਾਰਾਜ ਤੁਸੀਂ ਬਿਨਾਂ ਨਗਾਰੇ ਤੋਂ ਚਲੇ ਜਾਓ ਸ਼ਿਕਾਰ ਖੇਡਣ, ਤੁਸੀਂ ਨਗਾਰੇ ਕਿਉਂ ਵਜਾਉਂਦੇ ਹੋ, ਭੀਮ ਚੰਦ ਨੂੰ ਬੇਵਜ੍ਹਾ ਖਿਜਾਉਂਦੇ ਹੋ। ਇਹ ਗੱਲਾਂ ਜਦੋਂ ਕਹਿ ਰਹੇ ਸਨ ਇਹ ਦੋ ਭੇਜੇ ਹੋਏ ਮਸੰਦ, ਤਦੋਂ ਫਿਰ ਕੋਲ ਜਿਹੜੇ ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਬੈਠੇ ਹੋਏ ਸੀ, ਉਹਨਾਂ ਨੇ ਵੀ ਭਾਈ ਮਾਤਾ ਗੁਜਰੀ ਜੀ ਦੀ ਮੱਤ ਦੇ ਨਾਲ ਹੀ ਆਪਣੀ ਮੱਤ ਰਲਾਉਣਾ ਕੀਤੀ ਵੀ ਜਿੱਦਾਂ ਦੇ ਬਚਨ ਮਾਤਾ ਗੁਜਰੀ ਜੀ ਨੇ ਕਹੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਤੁਸੀਂ ਸ਼ਿਕਾਰ ਖੇਡਣ ਜਾਣਾ ਤੇ ਬੇਸ਼ੱਕ ਖੁਸ਼ੀ ਨਾਲ ਜਾਓ, ਪਰ ਨਗਾਰੇ ਲੈ ਕੇ ਨਾ ਵਜਾ ਕੇ ਨਾ ਜਾਓ। ਇੱਦਾਂ ਦੇ ਬਚਨ ਜਿਹੜੇ ਸਨ, ਇਹੀ ਪੱਖ ਭਾਈ ਜਿਹੜੇ ਕੋਲ ਬੈਠੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਸੰਦ, ਉਹਨਾਂ ਨੇ ਵੀ ਇਸ ਪੱਖ ਦੀ ਪੂਰਤੀ ਲਈ ਆ। ਉਹਨਾਂ ਨੇ ਵੀ ਇਹੋ ਕਿਹਾ ਵੀ ਜੋ ਮਾਤਾ ਜੀ ਕਹਿ ਰਹੇ ਠੀਕ ਹੈ। ਕਹਿ ਕਹਿ ਪੁਸ਼ਟ ਬਨਾਏ ਸੁਨਾਵਹਿ, ਸੋ ਰਾਜੇ ਗਿਰ ਰਾਜ ਕਮਾਵੈ। ਇਸ ਤਰ੍ਹਾਂ ਜਿਹੜੀ ਗੱਲ ਮਾਤਾ ਜੀ ਨੇ ਕਹੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਨਗਾਰੇ ਆਦਿਕ ਨਾ ਵਜਵਾਓ, ਇਹਦੇ ਨਾਲ ਬੇਵਜ੍ਹਾ ਰਾਜਾ ਭੀਮ ਚੰਦ ਖਿਲ ਜਾਏਗਾ। ਇਹੋ ਜਿਹੀਆਂ ਗੱਲਾਂ ਨੂੰ ਫਿਰ ਜਿਹੜੇ ਕੋਲ ਬੈਠੇ ਮਸੰਦ ਸਨ ਉਹਨਾਂ ਨੇ ਵੀ ਭਾਈ ਰਿਸ਼ਟ ਪੁਸ਼ਟ ਕਰਕੇ, ਜਿੱਦਾਂ ਆਪਾਂ ਕਹਿੰਦੇ ਨੇ ਵਧਾ ਚੜਾ ਕੇ, ਇਹਨਾਂ ਗੱਲਾਂ ਨੂੰ ਬਹੁਤਾ ਵਧਾ ਚੜਾ ਕੇ ਕਹਿਣਾ ਕੀਤਾ ਵੀ ਮਹਾਰਾਜ ਮਾਤਾ ਜੀ ਦੀ ਕਹੀ ਹੋਈ ਗੱਲ ਠੀਕ ਹੈ ਵੀ ਜਿਹੜੇ ਰਾਜੇ ਨੇ ਉਹ ਪਹਾੜੀ ਰਾਜ ਕਮਾਉਂਦੇ, ਆਪਣਾ ਪਹਾੜੀ ਇਲਾਕਿਆਂ ਦੇ ਵਿੱਚ ਉਹਨਾਂ ਦਾ ਰਾਜ ਹੈ। ਮੇਲ ਤਿਨੋ ਸੰਗ ਆਸੋ ਅਹੈ, ਕਰਹੁ ਨਾ ਸੋ ਜਿਸ ਤੇ ਰਿਸ ਲਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਇਹ ਮਹਾਰਾਜ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਜੇ ਆਪਾਂ ਮੇਲ ਮਿਲਾਪ ਰੱਖੀਏ ਤਾਂ ਸਾਡੇ ਲਈ ਉਹੀ ਚੰਗਾ ਹੈ, ਇਹਨਾਂ ਨਾਲ ਮੇਲ ਮਿਲਾਪ ਬਣਾ ਕੇ ਰੱਖੀਏ ਪਹਾੜੀਆਂ ਦੇ ਨਾਲ। ਕਰਹੁ ਨਾ ਸੋ ਜਿਸ ਤੇ ਰਿਸ ਲਹੈ, ਮਹਾਰਾਜ ਇਹੋ ਜਿਹਾ ਕੋਈ ਕੰਮ ਨਾ ਆਪਾਂ ਕਰੀਏ ਜਿਹਦੇ ਕਰਕੇ ਸਾਰੇ ਜਿਹੜੇ ਪਹਾੜੀ ਰਾਜੇ ਗੁੱਸੇ ਹੋ ਜਾਣ, ਨਾਰਾਜ਼ ਹੋ ਜਾਣ ਸਾਡੇ ਨਾਲ, ਆਪਾਂ ਇਹਨਾਂ ਨਾਲ ਮੇਲ ਜੋਲ ਬਣਾ ਕੇ ਰੱਖੀਏ। ਕਿਮ ਸਮਤਾ ਤਿਨ ਕੀ ਹੋਇਆ ਵੈ, ਲਰਨ ਮਰਨ ਇਕੱਠੇ ਹੋਏ ਜਾਵੈ। ਫਿਰ ਮਹਾਰਾਜ ਨੂੰ ਕਹਿਣ ਲੱਗੇ ਮਸੰਦ ਮਹਾਰਾਜ ਇਹਨਾਂ ਰਾਜਿਆਂ ਦੀ ਬਰਾਬਰੀ ਅਸੀਂ ਕਿਵੇਂ ਕਰ ਸਕਦੇ ਹਾਂ, ਰਾਜਿਆਂ ਦੇ ਸਦਾਰਥ ਅਸੀਂ ਕਿਵੇਂ ਹੋ ਸਕਦੇ ਹਾਂ, ਕਿਉਂਕਿ ਲਰਨ ਮਰਨ ਇਕੱਠੇ ਹੋਏ ਜਾਵੈ। ਜਦੋਂ ਲਰਨ ਮਰਨ ਦੀ ਗੱਲ ਹੁੰਦੀ ਹੈ, ਜੰਗ ਯੁੱਧਾਂ ਦੀ ਗੱਲ ਆਉਂਦੀ ਹੈ,
ਭਾਵੇਂ ਇਹ ਰਾਜੇ ਵੱਖਰੇ ਵੱਖਰੇ ਨੇ ਮਹਾਰਾਜ, ਲੜਨ ਵੇਲੇ ਇਕੱਠੇ ਹੋ ਜਾਂਦੇ ਆ, ਫਿਰ ਇਕੱਠੇ ਹੋ ਕੇ ਜੰਗ ਯੁੱਧ ਕਰਦੇ ਆ ਤੇ ਮਰਨੋਂ ਵੀ ਡਰਦੇ ਨਹੀਂ। ਇਹਨਾਂ ਦੀ ਬਰਾਬਰੀ ਰਾਜਿਆਂ ਦੀ ਅਸੀਂ ਕਿਵੇਂ ਕਰ ਸਕਦੇ ਹਾਂ। ਬਾਰ ਬਾਰ ਮਾਤਾ ਬਰਜੰਤ ਆਗੇ ਤੁਮ ਜਾਨੋ ਭਗਵੰਤ। ਇਉਂ ਮਸੰਦਾਂ ਨੇ ਵੀ ਬੇਨਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕੀਤੀ, ਮਹਾਰਾਜ ਮਾਤਾ ਗੁਜਰੀ ਜੀ ਤੁਹਾਡੇ ਮਾਤਾ ਜੀ ਬਾਰ-ਬਾਰ ਤੁਹਾਨੂੰ ਇਸ ਗੱਲ ਤੋਂ ਵਰਜਦੇ ਆ, ਰੋਕਦੇ ਆ ਬਈ ਤੁਸੀਂ ਨਗਾਰਾ ਨਾ ਵਜਾਓ, ਬੇਵਜ੍ਹਾ ਰਾਜੇ ਭੀਮ ਚੰਦ ਪਹਾੜੀ ਰਾਜਿਆਂ ਨਾਲ ਵੈਰ ਨਾ ਵਧਾਓ, ਆਪਣੀ ਮੌਜ ਵਿੱਚ ਸ਼ਿਕਾਰ ਖੇਡੋ ਬਿਨਾਂ ਨਗਾਰੇ ਤੋਂ, ਤੇ ਸ਼ਿਕਾਰ ਖੇਡ ਕੇ ਸ਼ਾਮ ਨੂੰ ਅਨੰਦਪੁਰ ਸਾਹਿਬ ਵਾਪਸ ਆ ਜਾਇਆ ਕਰੋ। ਮਾਤਾ ਜੀ ਬਾਰ-ਬਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਨੂੰ ਵਰਜਦੇ, ਰੋਕਦੇ ਆ। ਆਗੇ ਤੁਸੀਂ ਪਰਮੇਸ਼ਰ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਆਪ ਹੀ ਜਾਣੋ, ਜਿਵੇਂ ਤੁਹਾਡੇ ਮਨ ਦੀ ਮੌਜ ਹੋਵੇ। ਸੁਨ ਕਲਗੀਧਰ ਕਹਿਓ ਤਿਨਹੁ ਕੋ ਜਨਨੀ ਸੰਮਤ ਬੈਨ ਜਿਨਹੁ ਕੋ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਨਾ ਮਸੰਦਾਂ ਦੀ ਜਿਹੜੀ ਗੱਲਬਾਤ ਹੈ ਸੁਣੀ ਹੈ। ਕੀ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿਵੇਂ ਸਾਡੇ ਮਾਤਾ ਜੀ ਡਰਾਕਲ ਦੀਆਂ ਗੱਲਾਂ ਕਰਦੇ ਆ, ਡਰਾਉਣ ਜੇ ਵਾਲੀਆਂ, ਡਰ ਕੇ ਜੇ, ਉੱਦਾਂ ਦੀਆਂ ਗੱਲਾਂ ਹੀ ਜਿਹੜੇ ਮਸੰਦ ਕਰੀ ਜਾਂਦੇ ਆ ਨਾਲ ਰਲ ਕਰਕੇ। ਰਾਜ ਸਾਜ ਕੇ ਕਾਰਜ ਜੇਈ ਕਰਵੈ ਜੰਗ ਆਦ ਹੈ ਤੇਈ। ਇਸ ਤਰ੍ਹਾਂ ਭਾਈ ਕਵੀ ਜੀ ਕਹਿ ਰਹੇ ਨੇ ਬਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਕਾਰਜ ਆ ਉਹ ਸਾਰੇ ਹੀ ਰਾਜ ਸਾਜ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਰਾਜ ਹੈ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਆਪਣਾ ਸਾਜੋ ਸਮਾਨ ਹੈ, ਜੰਗਾਂ ਦੇ ਸ਼ਾਸਤਰ ਜੋ ਆਦਿਕ ਸਾਰੇ। ਕਰਵੇ ਜੰਗ ਆਦ ਹੈ ਜੇ ਤੇਈ। ਤੇ ਬਾਕੀ ਮਸੰਦ ਜਿਹੜੇ ਗੱਲਾਂ ਕਰਦੇ ਇਹ ਵੀ ਕਹਿ ਰਹੇ ਆ ਵੀ ਰਾਜਿਆਂ ਦਾ ਤਾਂ ਕੰਮ ਹੀ ਹੈ ਜੰਗ ਯੁੱਧ ਕਰਨੇ, ਉਹਨਾਂ ਕੋਲੇ ਸ਼ਾਸਤਰ ਆਦਿਕ ਸਾਜੋ ਸਮਾਨ ਬਹੁਤਾ ਏ, ਤੋਪਾਂ ਆਦਿਕ ਹੈ, ਅਸਲਾ ਹੈ, ਸਾਰਾ ਕੁਝ ਰਾਜਿਆਂ ਕੋਲੇ ਹੁੰਦਾ ਹੈ। ਫਿਰ ਉਹਨਾਂ ਦਾ ਕਰਮ ਹੈ ਜੰਗ ਯੁੱਧ ਕਰਨੇ, ਇਹ ਤਾਂ ਉਹਨਾਂ ਦੇ ਮੁੱਢ ਦੇ ਵਿੱਚ, ਉਹਨਾਂ ਦੀਆਂ ਵੰਸ਼ਾਂ ਦੇ ਵਿੱਚ ਚੱਲਦਾ ਹੈ ਰਾਜਿਆਂ ਦੇ ਜੰਗ ਯੁੱਧ ਕਰਨੇ। ਤਿਨ ਕੋ ਜਾਣ ਸਕਹਿ ਨਹਿ ਮਾਈ ਕਿਆ ਗਿਰਪਤ ਜਿਨ ਤੇ ਡਰ ਪਾਈ। ਇਸ ਤਰ੍ਹਾਂ ਬਾਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੀ ਵੀ ਇਹੋ ਕਰਮ ਹੈ, ਸਤਿਗੁਰਾਂ ਨੇ ਜੰਗ ਯੁੱਧ ਕਰਨੇ ਆ, ਜੰਗ ਯੁੱਧ ਕਰਨ ਵਾਸਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ। ਇਸ ਕਰਕੇ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਿਆ ਹੈ, ਕਵੀ ਜੀ ਕਹਿੰਦੇ ਮਾਤਾ ਗੁਜਰੀ ਜੀ ਦੀ ਪ੍ਰਥਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਚਨ ਕਰਦੇ ਆ, ਤਿੰਨ ਕੋ ਜਾਣ ਸਕੈ ਨਹਿ ਮਾਈ। ਸਾਡੇ ਮਾਤਾ ਗੁਜਰੀ ਜੀ ਜਿਹੜਾ ਸਾਡਾ ਰਾਜ ਸਾਜ ਦਾ ਕਾਰਜ ਹੈ ਉਹਨੂੰ ਨਹੀਂ ਜਾਣ ਸਕਦੇ। ਤੇ ਇਹ ਰਾਜੇ ਪਹਾੜੀ ਰਾਜੇ ਕੀ ਨੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੋਂ ਸਾਡੇ ਮਾਤਾ ਜੀ ਡਰ ਰੱਖਦੇ ਹਨ। ਹਮ ਕੋ ਆਗਿਆ ਪੁਰਖ ਅਕਾਲ ਬਿਗਰਹਿ ਰਿਪ ਰਣ ਕਰਹਿ ਵਿਸ਼ਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਡੇ ਮਾਤਾ ਤੇ ਐਵੇਂ ਹੀ ਪਹਾੜੀ ਰਾਜਿਆਂ ਤੋਂ ਡਰੀ ਜਾਂਦੇ ਐ, ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਆਗਿਆ ਹੈ, ਅਸੀਂ ਤੇ ਅਕਾਲ ਪੁਰਖ ਜੀ ਦੀ ਆਗਿਆ ਮੰਨਣੀ ਹੈ। ਬਿਗਰਹਿ ਰਿਪ ਰਣ ਕਰਹਿ ਵਿਸ਼ਾਲ। ਜੇ ਵੈਰੀ ਸਾਡੇ ਨਾਲ ਵਿਗਾੜ ਰੱਖੇਗਾ ਮਹਾਰਾਜ ਕਹਿੰਦੇ ਫਿਰ ਉਹਦੇ ਨਾਲ ਘਮਸਾਣ ਦੀ ਜੰਗ ਕਰਾਂਗੇ। ਪੂਰਬ ਤਰਹਿ ਨਾ ਕਿਸ ਸੋ ਵੈਰ ਹੰਕਾਰੀ ਕੋ ਕਬਹੂ ਨਾ ਖੈਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਪਹਿਲਾਂ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ, ਪਹਿਲਾਂ ਅਸੀਂ ਕਿਸੇ ਨਾਲ ਵੈਰ ਕਰਦੇ ਨਹੀਂ, ਫਿਰ ਜਿਹੜਾ ਹੰਕਾਰੀ ਗੁਮਾਨੀ ਅਭਿਮਾਨੀ ਜਿਹਾ ਹੋ ਕੇ ਸਾਡੇ ਤੇ ਚੜ੍ਹ ਕੇ ਆਏਗਾ ਮਹਾਰਾਜ ਕਹਿੰਦੇ ਉਹਨੂੰ ਅਸੀਂ ਖੈਰ ਵੀ ਨਹੀਂ ਕਰਾਂਗੇ, ਬਖਸ਼ਾਂਗੇ ਵੀ ਨਹੀਂ। ਇਮ ਪੁਨ ਤੇ ਕੋਰਾ ਤਬ ਆਇਓ ਬਲੀ ਚਪਲ ਨਟ ਜਿਮ ਦਰਸਾਇਓ। ਇਸ ਤਰ੍ਹਾਂ ਭਾਈ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਦਾਂ ਦੇ ਬਚਨ ਵਿਲਾਸ ਕਰ ਰਹੇ ਨੇ ਵੀ ਅਸੀਂ ਪਹਿਲਾਂ ਕਿਸੇ ਦੇ ਨਹੀਂ ਚੜ੍ਹਾਈ ਕਰਦੇ, ਪਹਿਲ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦੀ। ਫਿਰ ਜਿਹੜਾ ਕੋਈ ਹੰਕਾਰ ਗੁਮਾਨ ਰੱਖ ਕੇ ਆਵੇਗਾ ਉਹਨੂੰ ਅਸੀਂ ਬਖਸ਼ਾਂਗੇ ਵੀ ਨਹੀਂ, ਜਿਹੜਾ ਸਾਡੇ ਤੇ ਚੜ੍ਹ ਕੇ ਆ ਜਾਏਗਾ ਬੇਵਜ੍ਹਾ ਹੀ। ਇਮ ਭਨ ਤੇ ਘੋੜਾ ਚੱਲ ਆਇਓ। ਇੱਦਾਂ ਬਚਨ ਵਿਲਾਸ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਘੋੜਾ ਗੁਰੂ ਕੇ ਸਿੱਖਾਂ ਨੇ ਤਿਆਰ ਕਰਕੇ ਲੈ ਆਂਦਾ ਮਹਾਰਾਜ ਜੀਆਂ ਦੇ ਹਜ਼ੂਰ, ਘੋੜਾ ਆ ਗਿਆ ਹੈ ਤੇ ਬਲੀ ਚਪਲ ਨਟ ਜਿਮ ਦਰਸਾਇਓ। ਜਿਵੇਂ ਭਾਈ ਤਮਾਸ਼ਗੀਰ ਹੁੰਦਾ ਨਾ, ਤਮਾਸ਼ਾ ਕਰਨ ਵਾਲਾ, ਇਹ ਘੋੜਾ ਇਦਾਂ ਚੰਚਲਤਾਈ ਦੇ ਸਹਿਤ ਜਾਣਿਆ, ਬੜਾ ਚਪਲ ਤੇ ਬਹੁਤੇ ਬਲ ਵਾਲਾ। ਖੜਗ ਨਿਖੰਗ ਬੰਦ ਕਟ ਸੰਗ ਕਰ ਤਰ ਤਨ ਗੇ ਨਿਕਟ ਤਰੰਗ। ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਸੁੰਦਰ ਸੋਹਣੀ ਤਿੱਖੀ ਧਾਰ ਵਾਲੀ ਤਲਵਾਰ ਤੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰਾਂ ਦਾ ਭਰਿਆ ਹੋਇਆ ਭੱਥਾ ਆਪਣੇ ਕਮਰ ਕਸੇ ਨਾਲ, ਕੱਟ ਨਾਮ ਹੁੰਦਾ ਕਮਰ ਦਾ, ਕਮਰ ਦੇ ਨਾਲ ਮਹਾਰਾਜ ਜੀਆਂ ਨੇ ਤਲਵਾਰ ਬੰਨ੍ਹ ਲਈ ਹੈ ਤੇ ਮੋਢੇ ਤੇ ਤੀਰਾਂ ਦਾ ਭੱਥਾ ਕੱਸ ਲਿਆ। ਕਰ ਧਾਰ ਧਨ ਗੇ ਨਿਕਟ ਤੁਰੰਗ। ਹੱਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਖਤ ਕਮਾਨ ਪਕੜੀ ਹੈ ਤੇ ਸਤਿਗੁਰੂ ਜੀ ਕਮਾਨ ਹੱਥ ਵਿੱਚ ਪਕੜ ਕੇ ਘੋੜੇ ਦੇ ਨੇੜੇ ਚਲੇ ਗਏ। ਪੱਗ ਰਕਾਬਦੇ ਭੇ ਅਸਵਾਰ ਗਹਿ ਕਰ ਬਾਗ ਗਮਨ ਇਸ ਧਾਰ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਆਪਣੇ ਪਵਿੱਤਰ ਚਰਨ ਘੋੜੇ ਦੇ ਰਕਾਬਾਂ ਵਿੱਚ ਰੱਖ ਕੇ
ਪਲਾਕੀ ਮਾਰ ਕੇ ਮਹਾਰਾਜ ਘੋੜੇ ਤੇ ਅਸਵਾਰ ਹੋ ਗਏ ਤੇ ਸਤਿਗੁਰਾਂ ਨੇ ਘੋੜੇ ਦੀਆਂ ਬਾਗਾਂ ਆਪਣੇ ਹੱਥ ਵਿੱਚ ਪਕੜ ਲਈਆਂ ਤੇ ਮਹਾਰਾਜ ਜੀਆਂ ਦੀ ਇੱਛਾ ਅਨੁਸਾਰ ਜਿਹੜਾ ਇਹ ਘੋੜਾ ਚੱਲ ਰਿਹਾ ਹੈ। ਲਖ ਪ੍ਰਭ ਰੁਖ ਤਬ ਧੁੰਦਬ ਬਾਜਾ ਦੁਹਰੀ ਚੋਬ ਮਨਹੁ ਘਨ ਗਾਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਰੁਖ ਜਾਣ ਲਿਆ। ਗੁਰੂ ਕੇ ਸਿੱਖਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਾਲਾ ਪਾਇਆ ਚਾਹੁੰਦੇ ਨੇ ਤੇ ਮਹਾਰਾਜ ਦੇ ਸਿੱਖਾਂ ਨੇ ਨਗਾਰੇ ਤੇ ਚੋਟਾਂ ਲਗਾਈਆਂ। ਦੋਹਰੀਆਂ ਚੋਬਾਂ ਜਦੋਂ ਮਾਰੀਆਂ ਨਗਾਰੇ ਤੇ ਕਵੀ ਜੀ ਕਹਿੰਦੇ ਨਗਾਰਾ ਇਉਂ ਗਰਜਿਆ ਜਿਵੇਂ ਬੱਦਲ ਗਰਜਦਾ ਹੁੰਦਾ ਹੈ। ਚੱਲੇ ਅਨੰਦਪੁਰ ਤੇ ਤਬ ਬਾਹਰ ਕਰਹਿ ਬਿਲੋਕਨ ਨਰ ਗਨ ਜਾਹਰ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੂਰਬੀਰਾਂ ਦੀ ਸੈਨਾ ਦੇ ਸਮੇਤ ਘੋੜਿਆਂ ਤੇ ਅਸਵਾਰ ਹੋ ਕਰਕੇ ਨਗਾਰੇ ਤੇ ਚੋਟਾਂ ਲਗਾਉਂਦਿਆਂ ਨਗਾਰੇ ਵੱਜ ਰਹੇ ਨੇ ਮਹਾਰਾਜ ਜੀਆਂ ਦੇ ਨਾਲ। ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਨੂੰ ਨਿਕਲੇ ਆ ਸ਼ਿਕਾਰ ਵਿਰਤੀ ਧਾਰਨ ਕਰਕੇ। ਜਿੰਨੇ ਅਨੰਦਪੁਰ ਦੇ ਲੋਕ ਨੇ ਭਾਈ ਇਸਤਰੀਆਂ ਨੇ ਪੁਰਖ ਹਨ ਉਹ ਜ਼ਾਹਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੂੰ ਜ਼ਾਹਰਾ ਰੂਪ ਜਾਣ ਕੇ ਦੇਖ ਰਹੇ ਹਨ। ਗਮਨੇ ਉੱਤਰ ਦਿਸ ਮੁਖ ਕਰ ਕੈ ਸੁੰਦਰ ਸ਼ਗਨ ਦੇਖ ਮੁਦ ਭਰ ਕੈ। ਇਉਂ ਭਾਈ ਪਹਾੜ ਦੀ ਦਿਸ਼ਾ ਵੱਲ ਨੂੰ ਮੁਖ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੱਲੇ ਨੇ। ਸੁੰਦਰ ਸ਼ਗਨ ਦੇਖ ਮੁਦ ਭਰ ਕੈ। ਸਾਰੇ ਗੁਰੂ ਕੇ ਸਿੱਖਾਂ ਨੇ ਜਿਹੜਾ ਉਹ ਸਮਾਂ ਸ਼ੁਭ ਜਾਣਿਆ, ਬੜਾ ਸ੍ਰੇਸ਼ਟ ਜਾਣਿਆ ਹੈ। ਚੜੀ ਬਰੰਦ ਸੈਨਾ ਚੱਲ ਪਾਛੇ ਭਾ ਉਤਸ਼ਾਹ ਸੁਪਟ ਮਨ ਆਸੇ। ਹਾਂ, ਇਸ ਤਰ੍ਹਾਂ ਭਾਈ ਗੁਰੂ ਕੀ ਸੈਨਾ ਵੀ ਜਿਹੜੇ ਗੁਰੂ ਕੇ ਸੂਰਮੇ ਆ ਉਹਨਾਂ ਸਾਰਿਆਂ ਦੇ ਮਨਾਂ ਵਿੱਚ ਭਾਰੀ ਚਾਅ ਹੈ, ਭਾਰੀ ਉਤਸ਼ਾਹ ਹੈ। ਉਹ ਸਾਰੇ ਭਾਈ ਜਿਹੜੇ ਗੁਰੂ ਕੇ ਸੂਰਮੇ ਹਨ, ਕੋਈ ਪੈਦਲ ਤੇ ਕੋਈ ਘੋੜਿਆਂ ਤੇ ਸਵਾਰ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਛੇ ਪਿੱਛੇ ਚੱਲ ਪਏ ਸਾਰੇ। ਚਪਲ ਚਲਾਕੀ ਚਲਤ ਤੁਰੰਗ ਗਮਨ ਹੈ ਅੰਗ ਭਰੇ ਬਲ ਸੰਗ। ਹਾਂ, ਇਹ ਚਪਲ ਚਲਾਕੀ ਚਲਤ ਤੁਰੰਗ ਜਿਹੜਾ ਗੁਰੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਘੋੜਾ ਹੈ ਇਹ ਬੜੀ ਚੰਚਲਤਾਈ ਤੇ ਚਲਾਕੀ ਨਾਲ ਚੱਲ ਰਿਹਾ, ਇੱਧਰ ਉੱਧਰ ਮੁੜਦਾ ਹੈ, ਬੜੀ ਚੰਚਲਤਾਈ ਨਾਲ ਦੌੜਿਆ ਜਾ ਰਿਹਾ ਤੇ ਗਮਨ ਹੈ ਅੰਗ ਭਰੇ ਬਲ ਸੰਗ। ਇਉਂ ਚੱਲ ਰਿਹਾ ਹੈ, ਵੇਖਦਿਆਂ ਨਜ਼ਰ ਪੈਂਦਿਆਂ ਦ੍ਰਿਸ਼ਟੀ ਨਾਲ ਵੇਖਦਿਆਂ ਨੂੰ ਇਉਂ ਜਾਪਦਾ ਹੈ ਵੀ ਇਹਦੇ ਜਿਹੜੇ ਅੰਗ ਨੇ ਨਾ ਬੜੇ ਬਲ ਨਾਲ ਭਰੇ ਹੋਏ। ਕਹਿਣ ਤੋਂ ਭਾਵ ਬਹੁਤਾ ਬਲੀ ਹੈ ਘੋੜਾ, ਬੜੇ ਬਲ ਵਾਲਾ ਹੈ ਤੇ ਚੰਚਲਤਾਈ ਦੇ ਨਾਲ ਚੱਲਦਾ ਹੈ। ਸਨੇ ਸਨੇ ਕਾਨਨ ਮਹਿ ਗਏ ਜਾਤ ਅਨਕ ਮ੍ਰਿਗ ਦੇਖਤ ਭਏ। ਹੌਲੀ ਹੌਲੀ ਚੱਲਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਲ ਦੇ ਵਿੱਚ ਚਲੇ ਗਏ ਭਾਈ। ਜੰਗਲਾਂ ਦੇ ਵਿੱਚ ਜਾ ਕਰਕੇ ਜਾਤ ਅਨਕ ਮ੍ਰਿਗ ਦੇਖਤ ਭਏ। ਜਾਂਦਿਆਂ ਹੀ ਭਾਈ ਅਨੇਕਾਂ ਮ੍ਰਿਗ ਆਦਿਕ ਜਿਹੜੇ ਆ ਜੰਗਲ ਵਿੱਚ ਦ੍ਰਿਸ਼ਟੀ ਪਏ ਵੇਖੇ ਹਨ। ਧੀਰਨ ਸਾਤ ਕਤਕ ਤਹਿ ਮਾਰੇ ਗੁਰ ਕਰਤੇ ਅਮਰ ਸੁਰਗ ਸਧਾਰੇ। ਇਸ ਤਰ੍ਹਾਂ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੀਰਨ ਸਾਥ ਕਿਤਕ ਤਹਿ ਮਾਰੇ। ਕਈ ਜਿਹੜੇ ਮ੍ਰਿਗ ਆਦਿਕ ਹਨ ਉਹ ਤੀਰਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰੇ, ਸ਼ਿਕਾਰ ਖੇਡਿਆ ਕਿ ਕਲਿਆਣ ਕੀਤੀ ਉਹਨਾਂ ਜੀਵਾਂ ਦੀ। ਤੇ ਗੁਰ ਕਰ ਤੇ ਮਰ ਸੁਰਗ ਸਿਧਾਰੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਵਿੱਤਰ ਹੱਥਾਂ ਦੁਆਰਾ ਮਰ ਕੇ ਇਹ ਜਿਤਨੇ ਜੀਵ ਸਨ ਸਵਰਗ ਲੋਕ ਨੂੰ ਚਲੇ ਗਏ। ਕਿਤਕ ਤੁਫੰਗਨ ਸੰਘਾਰੇ ਹੋ ਜਹ ਸ਼ੁਭਟ ਤਿਵਾਏ ਅਗਾਰੇ। ਇਉਂ ਕਵੀ ਜੀ ਜ਼ਿਕਰ ਕਰਦੇ ਆ ਵੀ ਕਈ ਜਿਹੜੇ ਮ੍ਰਿਗ ਆਦਿਕਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੀਰ ਕਮਾਨ ਨਾਲ ਮਾਰੇ ਭਾਈ। ਕਈਆਂ ਨੂੰ ਤਫੰਗਣ ਨਾਮ ਹੁੰਦਾ ਰਾਈਫਲ ਦਾ, ਰਾਈਫਲਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਿਕਾਰ ਖੇਡਿਆ, ਜੀਵਾਂ ਦੀ ਕਲਿਆਣ ਕੀਤੀ ਹੈ। ਤੇ ਖੋਜੈ ਸੁਭਟ ਧਵਾਏ ਅਗਾਰੇ। ਜਿਹੜੇ ਗੁਰੂ ਕੇ ਸੂਰਮੇ ਹਨ ਉਹ ਆਪਣੇ ਆਪਣੇ ਘੋੜਿਆਂ ਨੂੰ ਦੌੜਾ ਕੇ ਅੱਗੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਾਸਤੇ ਸ਼ਿਕਾਰ ਢੂੰਡਦੇ ਹਨ। ਅਨਕ ਚੰਖਾਰ ਸਸੇ ਤਹ ਗੇਰੇ ਬਾਵਰ ਸਹਿਤ ਬਾਂਧ ਕਰ ਘੇਰੇ। ਹਾਂ, ਕਵੀ ਜੀ ਜ਼ਿਕਰ ਕਰਦੇ ਆ ਵੀ ਅਨੇਕਾਂ ਹੀ 12 ਸਿੰਘੇ ਆਦਿਕ ਸ਼ਸ਼ੇ ਨਾਮ ਸਹਿਆਂ ਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਸ਼ਿਕਾਰ ਖੇਡਦਿਆਂ ਬਹੁਤੇ ਭਾਈ 12 ਸਿੰਘੇ ਆਦਿਕ ਮਾਰੇ, ਸ਼ਹੇ ਆਦਿਕ ਦਾ ਸ਼ਿਕਾਰ ਕੀਤਾ ਹੈ। ਬਾਵਰ ਨਾਮ ਹੁੰਦਾ ਭਾਈ ਫਾਹੀ ਦਾ ਤੇ ਫਾਹੀਆਂ ਦੇ ਨਾਲ ਬੰਧ ਕੇ ਜਿਹੜੇ ਹਨ ਕਈ ਸ਼ਿਕਾਰ ਘੇਰਨਾ ਕੀਤੇ ਨੇ। ਬਿਲਾਸ ਬਨ ਮਹਿ ਵੱਡ ਕਰਤੇ ਜਾਤ ਬਿਰਸ਼ਨ ਕੇ ਪੁੰਜ ਨਹਿਰਤੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਆਨੰਦ ਬਿਲਾਸ ਕਰਦਿਆਂ ਜੰਗਲਾਂ ਦੇ ਵਿੱਚ ਵਿਚਰਦੇ ਫਿਰਦੇ ਹਨ। ਜੰਗਲ ਵਿੱਚ ਵਿਚਰਦੇ ਨੇ, ਜਿੱਧਰ ਨੂੰ ਜਾਂਦੇ ਹੈ ਜਾਤ ਬ੍ਰਿਸ਼ਨ ਕੇ ਪੁੰਜ ਨਿਹਰਤੇ। ਤੇ ਜੰਗਲਾਂ ਵਿੱਚ ਅਨੇਕ ਜਾਤਾਂ ਦੇ ਅਨੇਕਾਂ ਹੀ ਰੁੱਖ ਆਦਿਕ ਜਿਹੜੇ ਬਹੁਤੀ ਗਿਣਤੀ ਵਿੱਚ ਸੰਘਣੇ ਖਲੋਤੇ ਹੈ, ਉਹਨਾਂ ਰੁੱਖਾਂ ਆਦਿਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਫਿਰ ਰਹੇ ਨੇ ਜੰਗਲ ਵਿੱਚ। ਸਨੇ ਸਨੇ ਪਹੁੰਚੇ ਤਹ ਜਾਈ
ਕਿਤਕ ਦੂਰ ਰਹਿ ਗੋ ਗਿਰ ਰਾਈ। ਹਾਂ, ਹੌਲੀ ਹੌਲੀ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਕੁ ਜੇ ਪਹੁੰਚ ਗਏ, ਕਵੀ ਜੀ ਕਹਿੰਦੇ ਕਿਤਕ ਦੂਰ ਰਹਿ ਗੋ ਗਿਰ ਰਾਈ। ਉੱਥੇ ਪਹਾੜ ਦੀ ਚੋਟੀ ਤੇ ਮਹਾਰਾਜ ਪਹੁੰਚ ਗਏ, ਜਿੱਥੋਂ ਲੱਗਦਾ ਹੈ ਵੀ ਬਿਲਾਸਪੁਰੀ ਯਾਰ ਬਿਲਾਸਪੁਰ ਰਾਜਾ ਭੀਮ ਚੰਦ ਆਇਆ ਹੋਇਆ ਨਾ। ਗਿਰ ਰਾਈ ਕਹੀਏ ਪਹਾੜ ਦਾ ਰਾਜਾ ਜਿਹੜਾ ਭੀਮ ਚੰਦ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਪਹੁੰਚੇ ਆ, ਉੱਥੋਂ ਥੋੜੀ ਦੂਰੀ ਤੇ ਹੀ ਰਹਿ ਗਿਆ ਰਾਜਾ ਭੀਮ ਚੰਦ। ਧੂੰਦਬ ਨਾਮ ਗੁਰੂ ਤਬ ਰਾਖਾ, ਸਭ ਕੇ ਸੁਨਤੋ ਊਚੋ ਭਾਖਾ। ਇਸ ਤਰ੍ਹਾਂ ਕਵੀ ਜੀ ਕਹਿੰਦੇ ਦੁੰਦਬ ਨਾਮ ਗੁਰੂ ਤਬ ਰਾਖਾ। ਤਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਥੇ ਖਲੋ ਕੇ ਨਗਾਰੇ ਦਾ ਨਾਮ ਰੱਖਿਆ। ਨਗਾਰੇ ਦਾ ਨਾਮ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਨਗਾਰੇ ਦਾ ਨਾਮ ਰੱਖਿਆ, ਸਭ ਕੇ ਸੁਣਤੇ ਉੱਚੇ ਭਾਖਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਰੱਖਿਆ, ਸਾਰੇ ਗੁਰੂ ਕੇ ਸੂਰਮੇ ਸੁਣ ਰਹੇ ਆ ਤੇ ਉੱਚੀ ਆਵਾਜ਼ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਰਮਾਇਆ ਹੈ। ਗੁਰ ਘਰ ਕੋ ਰਣਜੀਤ ਨਗਾਰਾ, ਦੁਹਰੀ ਚੋਬ ਦੇਹੂ ਬਲ ਧਾਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਆ ਜਿਹੜਾ ਗੁਰੂ ਘਰ ਦਾ ਨਗਾਰਾ ਤਿਆਰ ਹੋਇਆ ਨਾ, ਇਹਦਾ ਨਗਾਰੇ ਦਾ ਨਾਮ ਜਿਹੜਾ ਰਣਜੀਤ ਨਗਾਰਾ ਰੱਖਿਆ ਸਤਿਗੁਰਾਂ ਨੇ। ਨਾਮ ਰੱਖ ਦਿੱਤਾ ਰਣਜੀਤ ਨਗਾਰਾ। ਸਤਿਗੁਰੂ ਜੀ ਕਹਿਣ ਲੱਗੇ ਵੀ ਰਣਜੀਤ ਨਗਾਰੇ ਤੇ ਦੋਹਰੀਆਂ ਚੋਬਾਂ ਮਾਰ ਕੇ ਬਲ ਦੇ ਨਾਲ ਇਹਨੂੰ ਵਜਾਉਣਾ ਕਰੋ। ਸੁਨਹਿ ਦੂਰ ਲਗ ਜਾਹਿਰ ਹੋਵੇ, ਦੇਸ ਨਿਕਟ ਕੋ ਲੱਖ ਲੱਖ ਜੋਵੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਐਸਾ ਹੁਕਮ ਕੀਤਾ ਵੀ ਸੁਨਹਿ ਦੂਰ ਲਗ ਜਾਹਰ ਹੋਵੇ। ਸਤਿਗੁਰੂ ਕਹਿੰਦੇ ਇਉਂ ਇਹ ਨਗਾਰਾ ਭਾਈ ਲੱਖਾ ਸਿੰਘ ਗੁਰੂ ਕਾ ਨਗਾਰਚੀ ਸੀ, ਜਿਹਦਾ ਨਾਮ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਜਿਹੜਾ ਰਣਜੀਤ ਨਗਾਰੇ ਤੇ ਚੋਟਾਂ ਲਾਉਣ ਵਾਲਾ ਸਿੱਖ, ਉਹਦਾ ਸੀ ਨਾਮ ਲੱਖਾ ਸਿੰਘ। ਇਸ ਤਰ੍ਹਾਂ ਹੀ ਭਾਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਨਗਾਰਚੀ ਸਿੱਖ ਸੀ, ਉਹਦਾ ਨਾਮ ਵੀ ਲੱਖਾ ਸਿੰਘ ਹੀ ਸੀ। ਇਹ ਦੋ ਲੱਖਾ ਸਿੰਘ ਹੋਇਆ ਗੁਰੂ ਕੇ ਨਗਾਰਚੀ ਸਿੱਖ, ਇੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਦੋਹਰੀਆਂ ਚੋਬਾਂ ਦੇ ਨਾਲ ਗਜਾਓ, ਇਸ ਨਗਾਰੇ ਨੂੰ ਵਜਾਓ, ਇਹਦੀ ਆਵਾਜ਼ ਸੁਨਹਿ ਦੂਰ ਲੱਗ ਜਾਹਰ ਹੋਵੇ। ਕਹਿੰਦੇ ਸਤਿਗੁਰੂ ਕਹਿੰਦੇ ਜਦੋਂ ਚੋਟਾਂ ਲਗਾਵੋ, ਇਹਦੀ ਦੂਰ ਤੱਕ ਗਰਜਣਾ ਜਿਹੜੀ ਹੈ ਪੈਦਾ ਹੋਵੇ, ਦੂਰ ਤੱਕ ਇਹਦੀ ਆਵਾਜ਼ ਸੁਣਾਈ ਦੇਵੇ। ਦੇਸ ਨਿਕਟ ਕੋ ਲੱਖ ਲੱਖ ਜੋਵੈ। ਜਿੰਨੇ ਵੀ ਨੇੜੇ ਤੇੜੇ ਦੇ ਦੇਸ਼ ਨੇ ਉਹ ਸਾਰੇ ਸੁਣ ਲੈਣ ਚੋ ਇਸ ਆਵਾਜ਼ ਨਗਾਰੇ ਦੀ ਨੂੰ। ਸੁਨ ਨਗਾਰਚੀ ਗੁਰ ਬਚ ਜਾਵੈ, ਬਲ ਤੇ ਕਰਿਓ ਬਜਾਵਨ ਥਾਵੈ। ਗੁਰੂ ਕੇ ਨਗਾਰਚੀ ਭਾਈ ਲੱਖਾ ਸਿੰਘ ਨੇ ਮਹਾਰਾਜ ਦਾ ਹੁਕਮ ਸੁਣਿਆ। ਹੁਕਮ ਸੁਣ ਕੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮੌਜ ਦੇ ਅਨੁਸਾਰ ਬੜੇ ਬਲ ਦੇ ਨਾਲ ਭਾਈ ਇਹਨਾਂ ਨੇ ਨਗਾਰਾ ਜਿਹੜਾ ਉਹ ਵਜਾਉਣਾ ਕੀਤਾ ਹੈ। ਤੇ ਜਿਹੜਾ ਨਗਾਰਚੀ ਹੈ, ਜਦੋਂ ਇਹਨੇ ਗੁਰੂ ਕੇ ਬਚਨ ਸੁਣੇ, ਬਲ ਦੇ ਨਾਲ ਨਗਾਰੇ ਨੂੰ ਵਜਾਉਣਾ ਕੀਤਾ, ਤਦੋਂ ਫਿਰ ਦੂਰੀ ਚੋਬ ਪਰੀ ਤੁਨ ਐਸੇ, ਸਾਗਰ ਸ਼ਬਦ ਦੂਰ ਹਵੈ ਜੈਸੇ। ਜਦੋਂ ਭਾਈ ਦੋਹਰੀਆਂ ਚੋਬਾਂ ਲੱਗੀਆਂ ਨਾ ਨਗਾਰੇ ਦੇ ਉੱਪਰ, ਨਗਾਰੇ ਦੀ ਧੁਨ ਆਵਾਜ਼ ਐਸੀ ਪ੍ਰਗਟ ਹੋਈ ਜਿਵੇਂ ਸਮੁੰਦਰ ਦੀ ਆਵਾਜ਼ ਜਿਹੜੀ ਦੂਰ ਤੱਕ ਸੁਣਾਈ ਦਿੰਦੀ ਹੈ। ਸਮੁੰਦਰ ਦੀਆਂ ਲਹਿਰਾਂ ਦੀ ਆਵਾਜ਼ ਨਾ ਦੂਰ ਤੱਕ ਸੁਣਦੀ ਹੈ, ਇਉਂ ਨਗਾਰੇ ਦੀ ਆਵਾਜ਼ ਜਿਹੜੀ ਹੈ ਦੂਰ ਦੂਰ ਤੱਕ ਸੁਣਾਈ ਦਿੱਤੀ ਹੈ। ਸ਼ਬਦ ਸ਼ੈਲ ਤਾਰਾ ਤਰ ਥਰ ਹਰੀ, ਔਚਕ ਸ਼ਬ ਕੈ ਸ਼ਰਤ ਤੁਨ ਪਰੀ। ਹਾਂ, ਸਰੁੱਤ ਧੁਨ ਪਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸ਼ਬਦ ਸ਼ੈਲ ਧਾਰਾ ਥਰ ਹਰੀ। ਸੱਤ ਸ਼ੈਲ, ਸੱਤ ਪਹਾੜ, ਸੱਤਾਂ ਪਹਾੜਾਂ ਦੀ ਕਹੀਏ ਸੱਤ ਧਾਰਾਂ ਜਿਹੜੀਆਂ ਚੱਲਦੀਆਂ, ਸੱਤ ਧਾਰਾਂ ਜਿਹੜੀਆਂ ਚੱਲਦੀਆਂ ਨਾ ਪਹਾੜ ਦੀਆਂ ਭਾਈ, ਇਹ ਸਾਰੀਆਂ ਕੰਬ ਗਈਆਂ ਜਦੋਂ ਚੋਟਾਂ ਵੱਜੀਆਂ ਨਗਾਰੇ ਤੇ। ਇੰਨੀ ਆਵਾਜ਼ ਪ੍ਰਗਟ ਹੋਈ ਤੇ ਜੇ ਬਹੁਤੀ ਆਵਾਜ਼ ਪ੍ਰਗਟ ਹੋਣ ਦੇ ਨਾਲ ਇਹ ਸੱਤੇ ਧਾਰਾਂ ਥਰ ਹਰੀ ਕਹੀਏ ਕੰਬਣ ਲੱਗ ਗਈਆਂ। ਇਹ ਔਚਕ ਸਭ ਕੇ ਸੁਰਤ ਧੁਨ ਪਰੀ। ਅਚਨ ਚੇਤ ਹੀ ਇਹ ਨਗਾਰੇ ਦੀ ਗਰਜਮੀ ਆਵਾਜ਼ ਜਿਹੜੀ ਹੈ ਉਹ ਸਾਰੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੋਕਾਂ ਦੇ ਕੰਨਾਂ ਵਿੱਚ ਭਰੀ, ਅਚਨ ਚੇਤ ਪਈ ਹੈ। ਚਾਹੂੰ ਦਿਸ ਗਰਜ ਤਬਹਿ ਪਹਾਰਾ, ਨਾਦਤ ਬ੍ਰੰਦ ਕੰਦਰਾ ਭਾਰਾ। ਚੌਹ ਦਿਸ ਗਰਜੇ ਤਬਹਿ ਪਹਾਰਾ। ਚਾਰੇ ਦਿਸ਼ਾਵਾਂ ਦੇ ਜਿੰਨੇ ਪਹਾੜ ਸਨ, ਨਗਾਰੇ ਤੇ ਚੋਟਾਂ ਵੱਜਣ ਨਾਲ ਸਾਰੇ ਗੱਜ ਪਏ। ਸਾਰਿਆਂ ਵਿੱਚ ਆਵਾਜ਼ ਪੈਦਾ ਹੋਈ। ਨਾਦਤ ਬ੍ਰਿੰਦ ਕੰਦਰਾ ਭਾਰਾ। ਜਿੰਨੀਆਂ ਭਾਈ ਕੰਦਰਾਂ ਕਹੀਏ ਗੁਫਾਵਾਂ ਹਨ, ਉਹਨਾਂ ਦੇ ਵਿੱਚ ਵੀ ਨਗਾਰੇ ਦੀਆਂ ਆਵਾਜ਼ਾਂ ਜਿਹੜੀਆਂ ਬਹੁਤੀਆਂ ਪ੍ਰਗਟ ਹੋਈਆਂ ਹਨ। ਮਨ ਮਹਿ ਸ਼ਬਦ ਪਸਰ ਵੱਡ ਗਇਓ, ਸੁਨਤ ਅਚੰਭਾ ਸਭ ਕੇ ਭਇਓ। ਮਨ ਮਹਿ ਸ਼ਬਦ ਪਸਰ ਵੱਡ ਗਇਓ। ਜਿਹੜਾ ਨਗਾਰੇ ਦਾ ਸ਼ਬਦ ਕਹੀਏ ਆਵਾਜ਼ ਹੈ, ਇਹ ਜੰਗਲਾਂ ਦੇ ਵਿੱਚ ਬਹੁਤੀ ਫੈਲ ਗਈ। ਜੰਗਲਾਂ ਦੇ ਵਿੱਚ ਨਗਾਰੇ ਦੀ ਆਵਾਜ਼ ਫੈਲ ਗਈ। ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਜਿੰਨੇ ਲੋਕਾਂ ਨੇ ਸੁਣੀ, ਜਿੰਨੇ ਵੀ ਭਾਈ ਚਾਰੇ ਦਿਸ਼ਾਵਾਂ ਵਿੱਚ ਲੋਕ ਸੁਣ ਰਹੇ ਸੀ, ਸਾਰੇ ਅਚੰਭਤ ਹੋ ਗਏ ਇੱਕਦਮ ਨਗਾਰੇ ਦੀ ਆਵਾਜ਼ ਸੁਣ ਕਰਕੇ। ਸਤਿਗੁਰ ਸ਼ਕਤ ਭਈ ਤਬ ਐਸੇ, ਧੁਨ ਦੂੰਦਬ ਤੇ ਅਚਰਜ ਜੈਸੇ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਸ਼ਕਤੀ ਹੈ ਨਾ ਭਾਈ,
ਉਹ ਨਗਾਰੇ ਦੀ ਆਵਾਜ਼ ਰਾਹੀਂ ਸਾਰੇ ਚਾਰੇ ਦਿਸ਼ਾਵਾਂ ਵਿੱਚ ਪ੍ਰਗਟ ਹੋਈ ਹੈ। ਮਾਨੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਸ਼ਕਤੀ ਜਿਹੜੀ ਹੈ ਨਗਾਰੇ ਦੀ ਆਵਾਜ਼ ਰਾਹੀਂ ਦਿਖਾਈ ਹੈ ਸਾਰਿਆਂ ਨੂੰ, ਵੀ ਇੰਨੀ ਕੋਈ ਸ਼ਕਤੀ ਹੈ ਭਾਈ ਸਾਡੇ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਸ਼ਕਤੀ ਹੈ ਇਉਂ ਭਾਈ ਸਾਰੇ ਲੋਕਾਂ ਦੇ ਵਿੱਚ ਪ੍ਰਗਟ ਹੋਈ। ਸਤਿਗੁਰ ਸਖਤ ਭਈ ਤਬ ਐਸੇ ਧੁਨ ਧੁੰਦਬ ਤੇ ਅਚਰਜ ਜੈਸੇ। ਜਿਵੇਂ ਭਾਈ ਨਗਾਰੇ ਦੀ ਆਵਾਜ਼ ਬੜੀ ਅਚਰਜਤਾ ਵਾਲੀ ਹੈ, ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਅਚਰਜਤਾ ਦੇ ਮਾਲਕ ਹਨ। ਭੀਮ ਚੰਦ ਨ੍ਰਿਪ ਸਭਾ ਲਗਾਈ ਤਿਸ ਕੇ ਕਾਨ ਭਰੀ ਤੁਨ ਜਾਈ। ਇਉਂ ਭਾਈ ਜਿਹੜਾ ਇੱਕ ਹਲੂਰੀ ਰਾਜਾ ਭੀਮ ਚੰਦ ਸੀ, ਇਹ ਬਿਲਾਸਪੁਰ ਭਾਈ ਆਪਣੀ ਸਭਾ ਲਗਾ ਕੇ ਬੈਠਾ ਹੋਇਆ ਸੀ। ਸਭਾ ਦੇ ਵਿੱਚ ਬੈਠਿਆਂ ਜਦੋਂ ਨਗਾਰੇ ਤੇ ਮਹਾਰਾਜ ਨੇ ਚੋਟਾਂ ਲਗਾਈਆਂ ਨਾ, ਤੇ ਨਗਾਰੇ ਦੀ ਆਵਾਜ਼ ਇਹਦੇ ਕੰਨਾਂ ਵਿੱਚ ਵੀ ਪਈ ਹੈ ਜਾ ਕਰਕੇ ਭੀਮ ਚੰਦ ਦੇ। ਦਲ ਕਿਉ ਰਿਦਾ ਬਾਤ ਸਭ ਸੋਰੀ ਲਗਿਓ ਸੁਨਨ ਸਰਤ ਕਰ ਤਿਸੋਰੀ। ਦਲ ਕਿਉ ਰਿਦਾ ਬਾਤ ਸਭ ਛੋਰੀ, ਜਦੋਂ ਨਗਾਰੇ ਦੀ ਆਵਾਜ਼ ਭੀਮ ਚੰਦ ਦੇ ਕੰਨੀ ਪਈ, ਇਹਦਾ ਹਿਰਦਾ ਕਹੀਏ ਹਿਰਦਾ ਕੰਬ ਗਿਆ। ਹਿਰਦੇ ਤੋਂ ਇਹ ਭੀਮ ਚੰਦ ਸੀ ਜਿਹੜਾ ਕੰਬ ਗਿਆ, ਇਹਨੇ ਗੱਲਬਾਤ ਵਿੱਚ ਹੀ ਛੱਡ ਦਿੱਤੀ। ਕਵੀ ਜੀ ਕਹਿੰਦੇ ਲੱਗੇ ਉਹ ਸੁਣਨ ਸੁਰਤ ਕਰ ਤਿਸੋਰੀ, ਕਹਿੰਦੇ ਜਿਹੜੀ ਨਗਾਰੇ ਦੀ ਆਵਾਜ਼ ਹੈ ਨਾ ਆਪਣੇ ਕੰਨ ਉਧਰ ਨੂੰ ਕਰਕੇ, ਜਿੱਧਰੋਂ ਆਵਾਜ਼ ਆਈ ਹੈ ਉਧਰ ਨੂੰ ਕੰਨ ਕਰਕੇ ਰਾਜਾ ਭੀਮ ਚੰਦ ਨਗਾਰੇ ਦੀ ਆਵਾਜ਼ ਸੁਣਨ ਲੱਗਾ ਹੈ। ਦੋਹਰੀ ਚੋਬ ਭਰੀ ਜਬ ਗਾਡੇ ਸੁਨ ਸੁਨ ਸਭ ਮਨ ਸ਼ੰਕਾ ਵਾਡੇ। ਇਉਂ ਕਵੀ ਜੀ ਕਹਿੰਦੇ ਭਾਈ ਜਦੋਂ ਨਗਾਰੇ ਤੇ ਦੋਹਰੀਆਂ ਚੋਬਾਂ ਉਧਰੋਂ ਗੁਰੂ ਕੇ ਸਿੱਖਾਂ ਨੇ ਲਗਾਈਆਂ, ਇਹਦੀ ਆਵਾਜ਼ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਪਈ, ਤੇ ਦੋਹਰੀਆਂ ਚੋਬਾਂ ਦੀ ਗਾੜੀ ਆਵਾਜ਼ ਜਿਹੜੀ ਹੈ, ਬਹੁਤ ਗਰਜਵੀਂ ਆਵਾਜ਼ ਜਿਹੜੀ ਹੈ, ਇਹਨੂੰ ਸੁਣ ਸੁਣ ਕੇ ਸਾਰਿਆਂ ਦੇ ਮਨਾਂ ਵਿੱਚ ਵੱਡਾ ਸ਼ੰਕਾ ਪੈਦਾ ਹੋ ਗਿਆ ਹੈ। ਮਹਿਪਾਲਕ ਡਿਗ ਸਚਿਵ ਨਿਹਾਰਾ ਹਿਤ ਭੋਜਨ ਕੇ ਤਬ ਹੈ ਉਚਾਰਾ। ਰਾਜਾ ਭੀਮ ਚੰਦ ਦੇ ਪਾਸ ਉਸ ਵੇਲੇ ਭਾਈ ਇਹਦਾ ਨਜ਼ਦੀਕੀ ਬਹੁਤ ਇਮਾਨਦਾਰ ਜਿਹੜਾ ਮਹੀਪਾਲ ਕਹਿ ਦੋ, ਰਾਜੇ ਦਾ ਵਜ਼ੀਰ ਸੀ ਜਿਹੜਾ ਦੇਵੀਦਾਸ, ਰਾਜੇ ਦਾ ਵਜ਼ੀਰ ਦੇਵੀਦਾਸ ਇਹਦੇ ਕੋਲ ਬੈਠਾ ਸੀ ਭੀਮ ਚੰਦ ਦੇ। ਇਹਨੇ ਆਪਣੇ ਜਿਹੜਾ ਵਜ਼ੀਰ ਵੱਲ ਨੂੰ ਵੇਖ ਕੇ, ਵਜ਼ੀਰ ਵੱਲ ਨੂੰ ਦੇਖ ਕੇ ਨਾ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਪੁੱਛਣਾ ਕੀਤਾ, ਇਉਂ ਆਵਾਜ਼ ਬਚਨ ਉਚਾਰਨਾ ਕੀਤਾ, ਪੁੱਛਣਾ ਕੀਤਾ ਵਜ਼ੀਰ ਦੇ ਤਾਈ। ਧੁਨ ਗੰਭੀਰ ਦਮਾ ਮੈਂ ਉਠੈ ਕਿਸ ਕੋਏ ਬਾਜਤ ਅਵਕਠੈ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਰਾਜਾ ਭੀਮ ਚੰਦ ਦੇ ਕੋਲ ਉਹਦਾ ਵਜ਼ੀਰ ਦੇਵੀਦਾਸ ਬੈਠਾ ਹੋਇਆ ਸੀ। ਰਾਜੇ ਭੀਮ ਚੰਦ ਨੇ ਤਦੋਂ ਫਿਰ ਵਜ਼ੀਰ ਨੂੰ ਪੁੱਛਿਆ, ਕਹਿਣ ਲੱਗਾ ਵੀ ਇਹ ਜਿਹੜੀ ਗੰਭੀਰ ਆਵਾਜ਼ ਹੈ ਨਾ ਨਗਾਰੇ ਦੀ, ਇਹ ਕਿੱਥੋਂ ਉੱਠ ਰਹੀ ਹੈ, ਕਿੱਧਰੋਂ ਇਹ ਆਵਾਜ਼ ਆ ਰਹੀ ਹੈ, ਕਿਸ ਕੋ ਇਹ ਬਾਜਤ ਅਵਕਠ ਹੈ, ਕਿਹਦਾ ਇਹ ਨਗਾਰਾ ਵੱਜ ਰਿਹਾ। ਇਉਂ ਭਾਈ ਜਿਹੜਾ ਰਾਜਾ ਭੀਮ ਚੰਦ ਹੈ ਇਹਨੇ ਆਪਣੇ ਵਜ਼ੀਰ ਤਾਂ ਹੀ ਪੁੱਛਣਾ ਕੀਤਾ ਵੀ ਇਹ ਕਿਹਦੇ ਨਗਾਰੇ ਦੀ ਆਵਾਜ਼ ਹੈ ਜਿਹੜੀ ਸਾਹਮਣੇ ਸਾਡੇ ਸਾਹਮਣੇ ਆਵਾਜ਼ ਆ ਰਹੀ ਹੈ। ਕਿਸੀ ਗ੍ਰੇਸੁਰ ਕੋ ਅਸ ਨਾਹੀ ਨਾਦਤ ਨਵਾ ਲਖੋ ਮਨ ਮਾਹੀ। ਭੀਮ ਚੰਦ ਨਾਲ ਹੀ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਇਹ ਕਿਸੇ ਪਹਾੜੀ ਰਾਜੇ ਦਾ ਨਗਾਰਾ ਤੇ ਨਹੀਂ ਵੱਜ ਰਿਹਾ, ਕਿਉਂਕਿ ਪਹਾੜੀ ਰਾਜੇ ਦੇ ਨਗਾਰੇ ਦੇ ਵਿੱਚ ਕਿਸੇ ਦੇ ਵਿੱਚ ਇੰਨੀ ਗਰਜਵੀਂ ਆਵਾਜ਼ ਨਹੀਂ ਹੈ, ਇਹ ਤਾਂ ਨਵੀਂ ਆਵਾਜ਼ ਸੁਣਾਈ ਪੈਂਦੀ ਹੈ, ਕਿਸੇ ਨੇ ਆਪਣਾ ਨਵਾਂ ਹੀ ਨਗਾਰਾ ਬਣਾਇਆ, ਉਹਦੀ ਆਵਾਜ਼ ਸੁਣ ਰਹੀ ਹੈ ਮੈਨੂੰ, ਰਾਜਾ ਭੀਮ ਚੰਦ ਕਹਿ ਰਿਹਾ ਹੈ। ਇਮ ਤੁਨ ਸੁਨੀ ਨਾ ਆਨ ਨਗਾਰੇ ਬਾਜਤ ਦੂਰ ਜਨ ਨਿਕਟ ਵਿਚਾਰੇ। ਇਹ ਕਹਿੰਦੇ ਕਵੀ ਜੀ ਜ਼ਿਕਰ ਕਰਦੇ ਆ ਵੀ ਰਾਜਾ ਭੀਮ ਚੰਦ ਕਹਿੰਦਾ ਇਮ ਤੁਨ ਸੁਣੀ ਨਾ ਆਨ ਨਗਾਰੇ, ਹੋਰ ਕਿਸੇ ਦੇ ਰਾਜੇ ਦੇ ਨਗਾਰੇ ਦੀ ਆਵਾਜ਼ ਅਸੀਂ ਇਸ ਤਰ੍ਹਾਂ ਦੀ ਨਹੀਂ ਸੁਣੀ ਅੱਜ ਤੱਕ। ਰਾਜਾ ਭੀਮ ਚੰਦ ਕਹਿੰਦਾ ਇਹੋ ਜੀ ਆਵਾਜ਼ ਕਿਸੇ ਦੇ ਨਗਾਰੇ ਦੀ ਨਹੀਂ ਹੈ, ਭਾਵੇਂ ਇਹ ਨਗਾਰਾ ਦੂਰ ਵੱਜ ਰਿਹਾ ਹੈ ਪਰ ਪ੍ਰਤੀਤ ਇਉਂ ਹੋ ਰਿਹਾ ਹੈ ਵੀ ਜਿਵੇਂ ਕਿਤੇ ਨੇੜੇ ਹੀ ਵੱਜ ਰਿਹਾ ਹੋਵੇ। ਸੁਨ ਅਮਾਤ ਤਬ ਸਰਬ ਬਿਰਤਾਂਤ ਭਾਨਤ ਪਇਓ ਸਭ ਮਹਿ ਵਖਿਆ। ਹਾਂ, ਰਾਜੇ ਭੀਮ ਚੰਦ ਦਾ ਵਜ਼ੀਰ ਦੇਵੀਦਾਸ ਭਾਈ ਰਾਜੇ ਵਜ਼ੀਰ ਭੀਮ ਚੰਦ ਦੀ ਗੱਲ ਸੁਣ ਕੇ ਇਹਨੂੰ ਜਵਾਬ ਦੇਣ ਲੱਗਾ, ਦੱਸਣ ਲੱਗਾ ਸਾਰਾ ਬਿਰਤਾਂਤ, ਸਾਰਾ ਪ੍ਰਸੰਗ ਕਹਿਣ ਲੱਗਾ। ਭਾਨਤ ਪਇਓ ਸਭ ਮੈਂ ਵਖਿਆਤ, ਸਾਰਿਆਂ ਦੇ ਵਿੱਚ ਜਿਹੜੀ ਗੱਲ ਪ੍ਰਗਟ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਸਾਰੀ ਸਭਾ ਵਿੱਚ ਵਜ਼ੀਰ ਦੇਵੀਦਾਸ ਸੁਣਾਉਣ ਲੱਗਾ ਹੈ। ਮਹਾਰਾਜ ਮੈਂ ਸੁਨੀ ਸੁਗਾਥਾ ਕਰੋ ਉਚਾਰਨ ਰਾਵਰ ਸਾਥਾ। ਵਜ਼ੀਰ ਦੇਵੀਦਾਸ ਰਾਜੇ ਭੀਮ ਚੰਦ ਨੂੰ ਕਹਿੰਦਾ ਮਹਾਰਾਜ ਭੀਮ ਚੰਦ ਜੀ ਜਿਸ ਤਰ੍ਹਾਂ ਜਿਹੜੀ ਗੱਲਬਾਤ ਗਾਥਾ ਹੁੰਦਾ ਨਾਮ ਕਥਾ ਦਾ, ਬਈ ਜਿਸ ਤਰ੍ਹਾਂ ਵੀ ਕੋਈ ਗੱਲਬਾਤ ਮੈਂ ਸੁਣੀ ਹੈ ਨਾ ਆਪਣੇ ਕੰਨਾਂ ਨਾਲ, ਵਜ਼ੀਰ ਕਹਿਣ ਲੱਗਾ ਉਹ ਸਾਰੀ ਗੱਲਬਾਤ ਮੈਂ ਤੁਹਾਡੇ ਤਾਈਂ ਕਹਿ ਕੇ ਸੁਣਾਉਣ ਲੱਗਾ ਹਾਂ, ਦੱਸਦਾ ਹਾਂ। ਸ੍ਰੀ ਨਾਨਕ ਜਗ ਗੁਰ ਜਬ ਬਿਦਤੇ ਜਿਨ ਕੋ ਜਸ ਸੁਨਿਤ ਜਿਤ ਕਿਤ ਤੇ। ਰਾਜ ਨਾਲ ਹੀ ਰਾਜੇ ਭੀਮ ਚੰਦ ਨੂੰ ਇਹਦਾ ਵਜ਼ੀਰ ਸਾਰੀ ਗੱਲ ਸੁਣਾਉਣ ਲੱਗਿਆ।
ਦੱਸਣ ਲੱਗਿਆ ਤੇ ਕਹਿ ਰਿਹਾ ਵੀ ਵਜ਼ੀਰ ਕਹਿੰਦਾ ਜੀ ਜਿਹੜੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਮਹਾਰਾਜ ਜੀ ਹੋਏ ਨੇ, ਉਹਨਾਂ ਦੀ ਸੋਭਾ ਜਗਤ ਦੇ ਵਿੱਚ ਪੂਰਨ ਤੌਰ ਤੇ ਪ੍ਰਗਟ ਹੈ, ਕਿਸੇ ਤੋਂ ਲੁਕੀ ਛੁਪੀ ਨਹੀਂ। ਜਿਹੜੇ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹੋਏ ਨੇ, ਜਿਨ ਕੋ ਜਸ ਸੁਨੀਅਤ ਜਿਤ ਕਿਤ ਤੇ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਵਡਿਆਈ ਜਿੱਥੇ ਕਿੱਥੇ ਵੀ ਜਾਈਏ ਸੁਣੀ ਜਾਂਦੀ ਹੈ। ਭਾਵ ਕਹਿਣ ਤੋਂ ਵੀ ਸਾਰੇ ਪਾਸੇ, ਚਾਰੇ ਦਿਸ਼ਾਵਾਂ ਵਿੱਚ, ਦਸੇ ਦਿਸ਼ਾਵਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਾ ਵਡਿਆਈ ਪ੍ਰਗਟ ਹੈ, ਤੇ ਜਿੱਧਰ ਨੂੰ ਜਾਈਏ ਉੱਥੇ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਮਹਿਮਾ ਵਡਿਆਈ ਸੁਣੀ ਜਾਂਦੀ ਹੈ। ਸੋ ਗਾਦੀ ਥਰਪੀ ਬਦਨੀਕਾ, ਬੈਠਿਓ ਸ੍ਰੀ ਸੋਢੀ ਕੁਲ ਟੀਕਾ। ਉਹ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਗੁਰਿਆਈ ਹੈ, ਗੁਰਤਾ ਗੱਦੀ ਹੈ ਨਾ, ਉਸ ਗੁਰਤਾ ਗੱਦੀ ਦੇ ਉੱਪਰ ਸ਼ੁਭ ਰੀਤੀ ਦੇ ਨਾਲ ਸੋਢੀ ਕੁਲ ਦੇ ਦੀਪਕ ਜਿਹੜੇ ਬਿਰਾਜਮਾਨ ਹਨ ਸਤਿਗੁਰੂ ਸ੍ਰੀ ਹਰਗੋਬਿੰਦ ਜੋਦਾ ਬਲੀ, ਲਰਿਓ ਸਾਹੂ ਸੋ ਜੇ ਕਰ ਭਲੀ। ਹਾਂ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਤੇ ਇਹ ਵਜ਼ੀਰ ਕਹਿਣ ਲੱਗਾ, ਭੀਮ ਚੰਦ ਦੇ ਤਾਈ ਕਹਿਣ ਲੱਗਾ ਜੀ ਵੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਹੈ, ਉਸ ਗੁਰਿਆਈ ਦੇ ਉੱਪਰ ਸੋਢੀ ਕੁੱਲ ਦੇ ਟੀਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੇ ਬਲੀ ਯੋਧੇ ਸੂਰਮੇ ਹੋਏ ਹੈ। ਐਸੇ ਸਤਿਗੁਰੂ ਜਿਨ੍ਹਾਂ ਦਾ ਜੰਗ ਯੁੱਧ ਸ਼ਾਹਜਹਾਨ ਨਾਲ ਵੀ ਹੋਇਆ। ਸ਼ਾਹਜਹਾਨ ਦੀ ਸੈਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਭਲੀ ਪ੍ਰਕਾਰ ਕਰਕੇ ਜੰਗ ਯੁੱਧ ਲੜਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਕੇਤਕ ਸੂਬੇ ਸੈਨ ਸਮੇਤ, ਸ਼ਾਸਤਰ ਸਾਤ ਰਾਖੇ ਰਣ ਖੇਤ। ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਲੀ ਯੋਧੇ ਸਨ। ਇਹ ਸ਼ਾਹਜਹਾਨ ਦੇ ਕਈ ਸੂਬੇ ਤੇ ਕਈ ਸੈਨਿਕ ਜਿਹੜੇ ਸ਼ਾਸਤਰਾਂ ਵਸਤਰਾਂ ਦੇ ਸਮੇਤ ਸਨ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੈਦਾਨੇ ਜੰਗ ਵਿੱਚ ਹੀ ਰੱਖ ਲਏ ਸੀ। ਕਹਿਣ ਤੋਂ ਭਾਵ ਮੈਦਾਨੇ ਜੰਗ ਵਿੱਚ ਉਹਨਾਂ ਨੂੰ ਮਾਰਨਾ ਕੀਤਾ, ਨਾਸ਼ ਕੀਤਾ ਉਹਨਾਂ ਵੈਰੀਆਂ ਦਾ। ਵੀਰ ਬਹਾਦਰ ਬਿਦਤਿਓ ਘਨੋ, ਕਦ ਧੀਰਗ ਦਵਾਪੁਰ ਤਨ ਮਨੋ। ਕਵੀ ਜੀ ਜ਼ਿਕਰ ਕਰਦੇ ਆ ਵੀ ਵਜ਼ੀਰ ਕਹਿਣ ਲੱਗਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਏਡੇ ਵੀਰ ਬਹਾਦਰ ਯੋਧੇ ਸਨ, ਉਹਨਾਂ ਦੀ ਮਹਿਮਾ ਵਡਿਆਈ ਬਹੁਤੀ ਜਗਤ ਵਿੱਚ ਪ੍ਰਗਟ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਕੱਦ ਕਾਠ ਬੜਾ ਵੱਡਾ ਸੀ, ਲੰਬੇ ਕੱਦ ਦੇ ਸਨ ਮਹਾਰਾਜ ਸੱਚੇ ਪਾਤਸ਼ਾਹ। ਐਸਾ ਕੱਦ ਕਾਠ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ, ਮਾਨੋ ਦੁਆਪਰ ਦੇ ਯੁੱਗ ਦੇ ਜਿੱਦਾਂ ਦੇ ਲੋਕ ਸਨ ਨਾ, ਦੁਆਪਰ ਯੁੱਗ ਦੇ, ਇੱਦਾਂ ਦਾ ਕੱਦ ਕਾਠ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ। ਅਬ ਗਾਦੀ ਪਰ ਤਨ ਕੋ ਪੋਤਾ, ਆਦ ਬਿਰਤਾ ਗੁਣ ਗਨ ਪੋਤਾ। ਕਵੀ ਜੀ ਜ਼ਿਕਰ ਕਰਦੇ ਵਜ਼ੀਰ ਕਹਿਣ ਲੱਗਾ ਭੀਮ ਚੰਦ ਨੂੰ, ਕਹਿਣ ਲੱਗਾ ਵੀ ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਜਿਨ੍ਹਾਂ ਦੇ ਵਿੱਚ ਜਿਹੜੇ ਗੁਣ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵਾਲੇ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵਾਲੇ ਸ੍ਰੇਸ਼ਟ ਗੁਣਾਂ ਦੇ ਸਮੇਤ ਹੁਣ ਜਿਹੜੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹਨ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗਦੇ ਐ। ਆਦ ਬਿਰਤਾ ਗੁਣ ਗਨ ਪੋਤਾ, ਗੁਰੂ ਗੋਬਿੰਦ ਰਾਏ ਤਨ ਨਾਮੋ, ਕਹਿਓ ਨਾ ਜਾਏ ਜਥਾ ਸੁਭ ਰਾਮੋ। ਹਾਂ, ਕਵੀ ਜੀ ਜ਼ਿਕਰ ਕਰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦੇ ਪੋਤਰੇ ਗੁਰੂ ਗੋਬਿੰਦ ਰਾਏ ਤਨ ਨਾਮੋ। ਵਜ਼ੀਰ ਕਹਿਣ ਲੱਗਾ ਰਾਜੇ ਭੀਮ ਚੰਦ ਨੂੰ, ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਹੈ, ਤੇ ਕਹਿਓ ਨਾ ਜਾਏ ਜਥਾ ਸੁਭ ਰਾਮੋ। ਉਹਨਾਂ ਦੀ ਸੋਭਾ ਵਡਿਆਈ ਕਹੀ ਨਹੀਂ ਜਾ ਸਕਦੀ। ਜਿੱਦਾਂ ਜਿਹੜੇ ਰਾਮਚੰਦਰ ਜੀ ਹੋਏ ਨੇ ਨਾ, ਰਾਮਚੰਦਰ ਜੀ ਸਦਰਸ਼ ਉਹਨਾਂ ਦੀ ਮਹਿਮਾ ਤੁਲ ਮਹਿਮਾ ਹੈ, ਵਡਿਆਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ। ਅਲਪ ਵੇਸ ਬਰ ਅੰਗ ਕਿਸ਼ੋਰ, ਸੋਨੇ ਸਾਹਦੀ ਤਨ ਬਹੁ ਜੋਰ। ਇਹ ਕਹਿਣ ਲੱਗਾ ਵਜ਼ੀਰ ਦੇਵੀਦਾਸ ਭੀਮ ਚੰਦ ਨੂੰ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਜਿਹੜੀ ਹੈ ਉਹ ਹੈ ਤੇ ਛੋਟੀ, ਪਰ ਜਿਹੜੇ ਅੰਗ ਪ੍ਰਤੰਗ ਮਹਾਰਾਜ ਸੱਚੇ ਪਾਤਸ਼ਾਹ ਦੇ ਬੜੇ ਬਲ ਦੇ ਸ਼ਹਿ ਤੇ ਕਿਸ਼ੋਰ ਅਵਸਥਾ ਮਹਾਰਾਜ ਜੀਆਂ ਦੀ। ਸੁਣੀ ਸਾਹਦੀ ਤਨ ਬਹੁ ਜੋਰ, ਅਸੀਂ ਇਹ ਗਵਾਹੀ ਉਗਾਹੀ ਲੋਕਾਂ ਦੇ ਮੁਖਾਂ ਤੋਂ ਸੁਣੀ ਹੈ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈਨ ਦੇ ਭਾਵੇਂ ਛੋਟੀ ਉਮਰ ਦੇ ਮਾਲਕ ਕਿਸ਼ੋਰ ਅਵਸਥਾ ਦੇ, ਪਰ ਉਹਨਾਂ ਦੇ ਤਨ ਵਿੱਚ ਸਰੀਰ ਵਿੱਚ ਬੜਾ ਬਲ ਹੈ, ਬੜਾ ਜ਼ੋਰ ਹੈ। ਅਤ ਉਤਸ਼ਾਹ ਸ਼ਸਤਰ ਅਭਿਆਸੀ, ਸੰਗਤ ਆਏ ਹਜ਼ਾਰਾਂ ਪਾਸੀ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੰਦਰ ਸ਼ਾਸਤਰਾਂ ਦਾ ਅਭਿਆਸ ਕਰਨ ਦੀ ਬੜੀ ਇੱਛਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਦੀਵ ਸ਼ਾਸਤਰਾਂ ਦਾ ਅਭਿਆਸ ਕਰਨ ਦੇ ਵਿੱਚ ਹੀ ਉਤਸ਼ਾਹਤ ਰਹਿੰਦੇ ਹੈ। ਤੇ ਸੰਗਤ ਆਏ ਹਜ਼ਾਰਾਂ ਪਾਸੀ, ਇਹ ਭੀਮ ਚੰਦ ਵਜ਼ੀਰ ਦੇਵਦਾਸ ਕਹਿੰਦਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਰੋਜ਼। ਕਰਤ ਬਾਤ ਨਰ ਸੁਨੇ ਕਨੇਰੇ,
ਤੀਰਨ ਵਿਦਿਆ ਨਿਪੁੰਨ ਵਡੇਰੇ। ਭੀਮ ਚੰਦ ਦਾ ਵਜ਼ੀਰ ਦੇਵੀਦਾਸ ਕਹਿਣ ਲੱਗਾ ਵੀ ਅਸੀਂ ਬਹੁਤੇ ਮਨੁੱਖਾਂ ਨੂੰ ਨਾ ਇਦਾਂ ਗੱਲਾਂ ਬਾਤਾਂ ਕਰਦਿਆਂ ਸੁਣਿਆ ਹੈ। ਜਿਹੜੇ ਬਹੁਤੇ ਮਨੁੱਖ ਬਹੁਤੇ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਭਾ ਵਡਿਆਈ ਕਰਦੇ ਆ ਨਾ, ਅਸੀਂ ਲੋਕਾਂ ਦੇ ਮੁਖਾਂ ਦੇ ਵਿੱਚੋਂ ਕਰਤ ਬਾਤ ਨਰ ਸੁਣੇ ਕਨੇਰੇ, ਬੜੇ ਲੋਕ ਸੁਣੇ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਰਥਾਏ ਗੱਲਾਂ ਬਾਤਾਂ ਕਰਦੇ ਬਈ ਤੀਰਨ ਵਿਦਿਆ ਨਿਪੁੰਨ ਵਡੇਰੇ। ਤੀਰ ਚਲਾਉਣ ਦੀ ਵਿਦਿਆ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੇ ਨਿਪੁੰਨ ਹਨ। ਧਨੁਖ ਕਠੋਰ ਹਾਥ ਅਸ ਰਾਖੈ, ਨਹਿ ਦੁਤਿਓ ਕਰਖਣ ਅਭਿਲਾਖ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਆਪਣੇ ਹੱਥਾਂ ਵਿੱਚ ਕਮਾਨ ਰੱਖਦੇ ਆ ਨਾ, ਬੜਾ ਸਖਤ ਹੈ ਉਹ ਕਮਾਨ। ਧਨੁਖ ਕਠੋਰ ਹਾਥ ਅਸ ਰਾਖੈ, ਇਹੋ ਜਿਹਾ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੱਥ ਵਿੱਚ ਰੱਖਦੇ ਨੇ। ਨਹਿ ਦੁਤਿਓ ਕਰਖਣ ਅਭਿਲਾਖ ਹੈ, ਅਸੀਂ ਨਹੀਂ ਸੁਣਿਆ ਵੀ ਉਸ ਕਮਾਨ ਨੂੰ ਕੋਈ ਦੂਜਾ ਚਲਾ ਸਕਦਾ। ਉਸ ਕਮਾਨ ਨੂੰ ਚਲਾਉਣ ਦੀ ਦੂਸਰਾ ਮਨੁੱਖ ਕੋਈ ਇੱਛਾ ਵੀ ਨਹੀਂ ਰੱਖ ਸਕਦਾ। ਸੰਗ ਸੁਬਟ ਆਰਡੂਤ ਬ੍ਰੰਦ, ਕਰਹਿ ਵਾਸ ਕੋ ਪੂਰੀ ਆਨੰਦ। ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਦੀਵ ਜਿਹੜੇ ਸੂਰਮੇ ਹੈ ਉਹ ਸ਼ਾਸਤਰਾਂ ਦੇ ਸਮੇਤ ਹੋ ਕਰਕੇ ਘੋੜਿਆਂ ਤੇ ਅਸਵਾਰ ਹੋ ਕੇ ਚੱਲਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ। ਤੇ ਕਰਹਿ ਵਾਸ ਕੋ ਪੂਰੀ ਆਨੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਨਿਵਾਸ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੈ। ਇਨ ਕੋ ਪਿਤ ਸ੍ਰੀ ਤੇਗ ਬਹਾਦਰ, ਜਰ ਖਰੀਦ ਲੈ ਅਵਨੀ ਖਾਦਰ। ਰਾਜੇ ਭੀਮ ਚੰਦ ਤਾਈਂ ਉਹਦੇ ਵਜ਼ੀਰ ਨੇ ਇਹ ਸਮਝਾਇਆ ਕਿ ਰਾਜੇ ਭੀਮ ਚੰਦ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਿਤਾ ਸਨ ਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਹ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਧਰਤੀ ਹੈ ਉਹ ਆਪ ਮੁੱਲ ਖਰੀਦੀ ਸੀ। 1,56,000 ਰੁਪਈਆ ਉਸ ਵੇਲੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਜਾਰ ਜਿਹੜੀ ਹੈ ਉਹ ਖਰੀਦਣਾ ਕੀਤੀ ਸੀ। ਰਾਜਾ ਭੀਮ ਚੰਦ ਦੇ ਤੋਂ ਇਹ ਤੋਂ ਵੱਡਾ ਰਾਜਾ ਹੋਇਆ, ਇਹਦੀ ਥਾਂ ਉਹਦਾ ਨਾਮ ਸੀ ਭਾਈ ਦੀਪ ਚੰਦ। ਤੇ ਇਹਦਾ ਉਦੋਂ ਵੱਡਾ ਇਹਦਾ ਦਾਦਾ ਸੀ ਰਾਜੇ ਭੀਮ ਚੰਦ ਦਾ, ਉਹ ਸੀ ਤਾਰਾ ਚੰਦ। ਤੇ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ ਸੀ। ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਰਿਹਾ ਕਰਵਾਇਆ ਸੀ। ਤੇ 52 ਰਾਜਿਆਂ ਦੇ ਵਿੱਚ ਸੀ ਇਹ ਤਾਰਾ ਚੰਦ। ਤੇ ਅੱਗੇ ਤਾਰਾ ਚੰਦ ਦਾ ਪੁੱਤਰ ਹੋਇਆ ਦੀਪ ਚੰਦ, ਤੇ ਦੀਪ ਚੰਦ ਦਾ ਪੁੱਤਰ ਸੀ ਭੀਮ ਚੰਦ। ਇਹ ਇਉਂ ਪੀੜ੍ਹੀ ਚੱਲਦੀ ਹੈ ਭੀਮ ਚੰਦ ਦੀ, ਭਾਈ ਪਹਾੜੀ ਰਾਜੇ ਦੀ। ਇਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਵਡਿਆਈ ਹੈ। ਤੇ ਜਿਹੜਾ ਵਜ਼ੀਰ ਹੈ ਨਾ ਦੇਵੀਦਾਸ, ਇਹਨੇ ਦੱਸਿਆ ਭੀਮ ਚੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1,56,000 ਰੁਪਈਆ ਉਸ ਵੇਲੇ ਦੇ ਕੇ ਆਪਣੀ ਭੂਮੀ ਆਪਣੀ ਜ਼ਮੀਨ ਖਰੀਦੀ ਸੀ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਜਿਹੜੀ ਪਵਿੱਤਰ ਜਗ੍ਹਾ ਹੈ। ਨਰਨ ਬਟੋਰਤ ਨਗਰ ਵਸਾਇਓ, ਨੇਤਰ ਤੁੰਗ ਕੇ ਤਰ ਦਰਸਾਇਓ। ਇਉਂ ਕਵੀ ਜੀ ਜ਼ਿਕਰ ਕਰਦੇ ਆ, ਭਾਈ ਵਜ਼ੀਰ ਦੇਵੀਦਾਸ ਕਹਿਣ ਲੱਗਾ ਵੀ ਫਿਰ ਬਹੁਤੇ ਮਨੁੱਖਾਂ ਨੂੰ ਬਟੋਰਨ ਕਹੀਏ ਇਕੱਠੇ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਬਹੁਤੇ ਮਨੁੱਖ ਲੋਕ ਇਕੱਠੇ ਕਰਕੇ ਇਹ ਨਗਰ ਸ਼੍ਰੀ ਅਨੰਦਪੁਰ ਸਾਹਿਬ ਵਸਾਇਆ ਹੈ। ਤੇ ਇਹ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਨੇਤਰ ਤੁੰਗ ਕੇ, ਤੁੰਗ ਨਾਮ ਹੁੰਦਾ ਪਹਾੜ ਦਾ, ਨੇਤਰ ਨਾਮ ਹੁੰਦਾ ਨੈਣਾ ਦੇਵੀ ਦਾ ਪਹਾੜ ਹੈ ਜਿਹੜਾ ਉੱਥੇ ਮੌਜੂਦ ਹੈ ਉੱਚੀ ਜਗ੍ਹਾ ਤੇ। ਇਹ ਵਜ਼ੀਰ ਨੇ ਦੱਸਿਆ ਵੀ ਜਿਹੜਾ ਉਹ ਨੈਣਾ ਦੇਵੀ ਦਾ ਉੱਚਾ ਪਹਾੜ ਹੈ ਉਹਦੇ ਹੇਠਲੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਵਸਿਆ ਹੋਇਆ ਹੈ। ਤਿਸ ਮੈਂ ਵਸਹਿ ਤਿਨਹੁ ਕੋ ਨੰਦਨ, ਲਾਖੋ ਨਰ ਕਰਤੇ ਪਗ ਜਾਵੇ। ਹਾਂ, ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਹਨ, ਤਿਸ ਮੈਂ ਵਸਹਿ ਤਿਨਹੁ ਕੋ ਨੰਦਨ, ਲਾਖੋ ਨਰ ਕਰਤੇ ਪਗ ਬੰਧਨ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਮੀਨ ਖਰੀਦ ਕੇ ਨਗਰ ਵਸਾਇਆ ਹੈ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਸਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ। ਤੇ ਲਾਖੋ ਨਰ ਕਰਤੇ ਪਗ ਬੰਧਨ, ਲੱਖਾਂ ਹੀ ਮਨੁੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਤੇ ਰੋਜ਼ਾਨਾ ਨਮਸਕਾਰਾਂ ਕਰਦੇ ਹਨ। ਸੋ ਅਖੇਰ ਕਰਬ ਇਤ ਆਵੈ, ਹਤਨ ਮ੍ਰਿਗਨ ਗਨ ਪੁਨ ਪੁਰ ਜਾਵੈ। ਐਸੇ ਸਤਿਗੁਰੂ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਹਨ ਨਾ, ਉਹ ਰਾਜਾ ਭੀਮ ਚੰਦ ਨੂੰ ਦਾ ਵਜ਼ੀਰ ਕਹਿੰਦਾ ਇਧਰਲੀ ਸਾਈਡ ਸਾਡੇ ਇਲਾਕੇ ਵੱਲ ਨੂੰ ਸ਼ਿਕਾਰ ਖੇਡਣ ਆਉਂਦੇ ਨੇ। ਸੋ ਅਖੇਰ ਕਰਬੇ ਇਤ ਆਵੈ, ਹਤਨ ਮ੍ਰਿਗਨ ਗਨ ਪੁਨ ਪੁਰ ਜਾਵੈ। ਵੀ ਬਹੁਤੇ ਫਿਰ ਮ੍ਰਿਗਾਂ ਆਦਿਕ ਦਾ ਸ਼ਿਕਾਰ ਕਰਕੇ ਆਪਣੀ ਮੌਜ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਧਰ ਨੂੰ ਆਉਂਦੇ ਆ ਤੇ ਮੌਜ ਵਿੱਚ ਹੀ ਭਾਈ ਸ਼ਿਕਾਰ ਦੀ ਬਿਰਤੀ ਨੂੰ ਸ਼ਿਕਾਰ ਖੇਡ ਕੇ ਫਿਰ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਚਲੇ ਜਾਂਦੇ ਹਨ। ਆਜ ਮਨੋਜ ਇਤ ਉਤ ਤੇ ਆਇਓ, ਤਿਨ ਪ੍ਰਸੰਗ ਕਹਿ ਸਕਲ ਸੁਨਾਇਓ। ਤੇ ਇਦਾਂ ਭਾਈ ਰਾਜੇ ਭੀਮ ਚੰਦ ਦਾ ਵਜ਼ੀਰ ਜਿਹੜਾ ਹੈ
ਉਹਨੇ ਭੀਮ ਚੰਦ ਨੂੰ ਇਹ ਗੱਲ ਸੁਣਾਈ, ਕਹਿੰਦਾ ਅੱਜ ਹੀ ਇੱਕ ਮਨੁੱਖ, ਆਜ ਮਨੁੱਖ ਇੱਕ ਉਤ ਤੇ ਆਇਓ, ਇੱਕ ਮਨੁੱਖ ਅੱਜ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਇੱਧਰ ਨੂੰ ਆਇਆ ਸੀ ਤੇ ਉਹਦੇ ਕੋਲੋਂ ਇਹ ਸਾਰਾ ਜਿਹੜਾ ਨਗਾਰੇ ਦਾ ਪ੍ਰਸੰਗ ਹੈ ਨਾ, ਰਾਜਾ ਭੀਮ ਚੰਦ ਇਹ ਵਜ਼ੀਰ ਕਹਿੰਦਾ ਮੈਂ ਅੱਜ ਹੀ ਸੁਣਨਾ ਕੀਤਾ ਹੈ। ਧੂੰਦ ਬਦੀਰਗ ਤਿਆਰ ਕਰਾਇਬ, ਜਾਨੀ ਪਰੈ ਸੋ ਚੜ ਕਰ ਆਇਬ। ਹਾਂ, ਇਉਂ ਉਸ ਆਨੰਦਪੁਰ ਦੇ ਮਨੁੱਖ ਨੇ ਮੈਨੂੰ ਦੱਸਿਆ, ਵਜ਼ੀਰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਵੱਡਾ ਨਗਾਰਾ ਜਿਹੜਾ ਉਹ ਤਿਆਰ ਕਰਵਾਇਆ, ਵੱਡਾ ਨਗਾਰਾ ਤਿਆਰ ਕਰਵਾਇਆ। ਜਦੋਂ ਵਜਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹੋ ਹੀ ਨਗਾਰਾ ਵਜਾਇਆ ਹੈ। ਅੱਜ ਇਉਂ ਜਾਣਿਆ ਜਾਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੇ ਚੜ੍ਹਾਈ ਕਰਕੇ ਆਏ ਹੋਣ। ਉਸ ਨਗਾਰੇ ਦੀ ਆਵਾਜ਼ ਇਉਂ ਸੁਣਾਈ ਦਿੰਦੀ ਹੈ ਜਿੱਦਾਂ ਉਹ ਚੜ੍ਹ ਕੇ ਆਏ ਹੋਣ ਸਾਡੇ ਵੱਲ ਨੂੰ। ਇਤ ਦਿਸ ਧੂੰਦਵ ਅਪਰ ਨ ਕੋਈ, ਜੋ ਬਜਾਏ ਵਿਚਰੈ ਢਿਗ ਹੋਈ। ਹਾਂ, ਰਾਜਾ ਭੀਮ ਚੰਦ ਦਾ ਵਜ਼ੀਰ ਕਹਿਣ ਲੱਗਾ ਵੀ ਇੱਧਰਲੀ ਸਾਡੀ ਦਿਸ਼ਾ ਵੱਲ ਹੋਰ ਤੇ ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਇਤ ਦਿਸ ਧੁੰਦਵ ਅਪਰ ਨ ਕੋਈ, ਇਹੋ ਜਿਹਾ ਹੋਰ ਦੂਸਰਾ ਕਿਸੇ ਦਾ ਨਗਾਰਾ ਨਹੀਂ ਜਿਹੜਾ ਇੰਨੀ ਗਰਜਵੀਂ ਆਵਾਜ਼ ਪੈਦਾ ਕਰਦਾ ਹੋਵੇ। ਜੋ ਵਜਾਏ ਵਿੱਚ ਰਹਿ ਢਿਗ ਹੋਈ, ਤੇ ਨਾ ਹੀ ਕੋਈ ਇਹੋ ਜਿਹਾ ਰਾਜਾ ਏ ਵੀ ਜਿਹੜਾ ਆਪਣੇ ਨਗਾਰੇ ਨੂੰ ਵਜਾਉਂਦਾ ਹੋਇਆ ਸਾਡੇ ਨੇੜੇ ਦੀ ਵਿਚਰਦਾ ਹੋਵੇ। ਕਰਾਮਾਤ ਸਾਹਿਬ ਗੁਰ ਗਾਦੀ, ਪਤ ਸਾਹਨ ਕੇ ਸਾਥ ਬਵਾਦੀ। ਹਾਂ, ਕਰਾਮਾਤ ਸਾਹਿਬ ਗੁਰ ਗਾਦੀ, ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਮਹਾਰਾਜ ਜੀ ਦੀ ਗੁਰਿਆਈ ਦੇ ਜਿਤਨੇ ਵੀ ਮਾਲਕ ਸਤਿਗੁਰੂ ਹੋਏ ਨੇ ਉਹ ਸਾਰੇ ਕਰਾਮਾਤਾਂ ਦੇ ਸਹਿਤ ਹੋਏ, ਜਾਂ ਕਹਿ ਲਓ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੁਰਤਾ ਗੱਦੀ ਹੈ ਉਹ ਭਾਰੀ ਕਰਾਮਾਤਾਂ ਦੇ ਸਮੇਤ ਹੈ। ਪਾਤਸ਼ਾਹਨ ਕੇ ਸਾਥ ਵਿਵਾਦੀ, ਤੇ ਗੁਰੂ ਨਾਨਕ ਦੀ ਗੁਰਿਆਈ ਦੇ ਜਿਹੜੇ ਮਾਲਕ ਹੋਏ ਉਹਨਾਂ ਦੀ ਬਾਦਸ਼ਾਹਾਂ ਦੇ ਨਾਲ ਸਦਾ ਹੀ ਉਹਨਾਂ ਦਾ ਝਗੜਾ ਰਿਹਾ ਹੈ, ਲੜਾਈ ਹੁੰਦੀ ਰਹੀ ਹੈ, ਪਹਿਲਾਂ ਤੋਂ ਹੀ ਝਗੜਾ ਰਿਹਾ ਹੈ। ਜਨਮ ਪਇਓ ਪੂਰਬ ਕੇ ਦੇਸ਼, ਪ੍ਰਤੀ ਪਾਰਨ ਜਬ ਭਏ ਵਿਸ਼ੇਸ਼। ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁਣ ਵਿਰਾਜਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਉੱਪਰ 10ਵੇਂ ਸਥਾਨ ਤੇ, ਉਹਨਾਂ ਦਾ ਜਨਮ ਇਹ ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਪੂਰਬ ਦੇ ਦੇਸ਼ ਭਾਵ ਪਟਨਾ ਸ਼ਹਿਰ ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਨਮੇ ਭਾਵੇਂ ਪਟਨੇ ਸ਼ਹਿਰ ਵਿੱਚ ਹਨ, ਪ੍ਰਤ ਪਾਰਨ ਜਬ ਭਏ ਵਿਸ਼ੇਸ਼, ਉਹਨਾਂ ਦੀ ਪਾਲਣਾ ਪੋਸ਼ਣਾ ਵੀ ਸ੍ਰੀ ਪਟਨਾ ਸਾਹਿਬ ਵਿਖੇ ਹੀ ਹੋਈ ਹੈ। ਬਤ ਕੇ ਪੁਰ ਮੈਂ ਆਏ ਬਰਾਜੇ, ਦਰਸ਼ਨ ਕਰਵੇ ਪਹੁੰਚੈ ਰਾਜੇ। ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਥੋੜੀ ਪ੍ਰਤ ਪਾਲਣਾ ਹੋਈ, ਵੱਡੇ ਹੋਏ, ਤਾਂ ਫਿਰ ਆਪਣੇ ਪਿਤਾ ਦੇ ਨਗਰ ਜਿਹੜਾ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਵਸਾਇਆ ਸ੍ਰੀ ਅਨੰਦਪੁਰ ਸਾਹਿਬ, ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੋ ਗਏ। ਤਾਂ ਹੁਣ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਰੋਜ਼ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੇ ਹਨ। ਸੁਨਿਓ ਅਸਾਮ ਦੇਸ ਤੇ ਆਇਓ, ਮਹਿ ਪਤ ਅਜਬ ਅਕੋਰਨ ਲਿਆਇਓ। ਰਾਜੇ ਭੀਮ ਚੰਦ ਅਸੀਂ ਸੁਣਿਆ ਵੀ ਹੁਣੇ ਜੇ ਇੱਕ ਰਾਜਾ ਜਿਹੜਾ ਰਾਜਾ ਰਤਨ ਰਾਏ ਹੈ ਉਹ ਅਸਾਮ ਦੇਸ਼ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਇਆ ਸੀ। ਰਾਜਾ ਰਤਨ ਰਾਏ ਰਾਜਾ ਰਾਮ ਰਾਏ ਦਾ ਪੁੱਤਰ ਸੀ। ਰਾਜਾ ਰਾਮ ਰਾਏ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤੇ ਸਨ ਕਿ ਤੇਰੇ ਘਰ ਜਿਹੜਾ ਪੁੱਤਰ ਹੋਏਗਾ ਸਾਡਾ ਸਿੱਖ ਹੋਏਗਾ। ਇਹ ਰਾਜਾ ਰਤਨ ਰਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨਾਲ ਪੈਦਾ ਹੋਇਆ ਸੀ, ਬਰ ਰੂਪੀ ਬਚਨਾਂ ਨਾਲ ਭਾਈ। ਇਸ ਕਰਕੇ ਇਹ ਵਜ਼ੀਰ ਦੇਵੀਦਾਸ ਭੀਮ ਚੰਦ ਨੂੰ ਕਹਿਣ ਲੱਗਾ ਵੀ ਅਸਾਮ ਦੇਸ਼ ਦਾ ਰਾਜਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਸ੍ਰੀ ਅਨੰਦਪੁਰ ਸਾਹਿਬ, ਤੇ ਮੈਂ ਸੁਣਿਆ ਬੜੀਆਂ ਅਜੀਬ ਕਿਸਮ ਦੀਆਂ ਭੇਟਾਵਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ ਲੈ ਕਰਕੇ ਆਇਆ ਸੀ। ਸ਼ਾਸਤਰ ਪੰਚ ਕਲ ਚਾਰ ਮਤੰਗ, ਦਰਬ ਬਰੰਦ ਜੁਤ ਪੰਚ ਤੁਰੰਗ। ਹਾਂ, ਸ਼ਾਸਤਰ ਪੰਚ ਕਲ ਚਾਰ ਮਤੰਗ। ਕਵੀ ਜੀ ਕਹਿੰਦੇ ਵਜ਼ੀਰ ਨੇ ਦੱਸਿਆ ਭੀਮ ਚੰਦ ਨੂੰ, ਕਹਿਣ ਲੱਗਾ ਜੀ ਜਿਹੜਾ ਰਾਜਾ ਰਤਨ ਰਾਏ ਹੈ ਨਾ ਸ਼ਾਮ ਦਾ ਰਾਜਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਇਆ, ਬੜੀਆਂ ਅਮੋਲਕ ਭੇਟਾਵਾਂ ਮਹਾਰਾਜ ਨੂੰ ਭੇਟ ਕਰਨ ਵਾਸਤੇ ਲੈ ਕੇ ਆਇਆ। ਉਹਨਾਂ ਅਨਮੋਲ ਭੇਟਾਵਾਂ ਦੇ ਵਿੱਚ ਇੱਕ ਪੰਜ ਕਲਾ ਸ਼ਾਸਤਰ ਹੈ, ਚਾਰ ਨਾਮ ਹੁੰਦਾ ਸੁੰਦਰਤਾ ਦਾ, ਤੇ ਮਤੰਗ ਨਾਮ ਹੁੰਦਾ ਹਾਥੀ ਦਾ। ਬਈ ਇੱਕ ਸੋਹਣਾ ਬੜਾ ਸੋਹਣੇ ਆਕਾਰ ਦਾ ਹਾਥੀ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤਾ ਰਾਜਾ ਰਤਨ ਰਾਏ ਨੇ। ਬਹੁਤਾ ਬ੍ਰਿੰਦ ਦਰਬ ਬ੍ਰਿੰਦ ਦਾ ਭਾਵ ਹੁੰਦਾ ਬਹੁਤਾ ਧਨ ਭੇਟਾ ਕੀਤਾ। ਜੁਤ ਪੰਜ ਤੁਰੰਗ, ਪੰਜ ਘੋੜੇ ਬਹੁਤੇ ਧਨ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਰਾਜੇ ਨੇ ਭੇਟ ਕੀਤੇ ਹਨ। ਇਤੀ ਦੂਰ ਤੇ ਦਰਸ਼ਨ ਹੇਤ, ਰਾਵ ਰੰਗ ਤਜ ਆਏ ਨਕੇਤ। ਹਾਂ, ਇਤੀ ਦੂਰ ਤੇ ਦਰਸ਼ਨ ਹੇਤ, ਕਹਿੰਦੇ ਦੇਖ ਲਓ ਰਾਜਾ ਭੀਮ ਚੰਦ ਜੀ ਏਡੇ ਅਸਾਮ ਦੇਸ਼ ਦਾ ਇਲਾਕਾ ਅਨੰਦਪੁਰ ਸਾਹਿਬ ਤੋਂ ਕਿੰਨੀ ਦੂਰ ਹੈ, ਏਡੀ ਦੂਰੋਂ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਤੇ ਪਤਾ ਨਹੀਂ ਵੀ ਕਿੱਡੀ ਕੁ ਦੂਰੋਂ ਵੱਡੇ ਵੱਡੇ ਰਾਜੇ ਮਹਾਰਾਜੇ, ਕੋਈ ਗਰੀਬ ਹੈ ਕੋਈ ਬਾਦਸ਼ਾਹ ਹੈ, ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੇ ਹਨ। ਰਾਵਰ ਕੇ ਸਮੀਪ ਇਹ ਰਹਿ, ਜਿਨਹੁ ਮਹਾਤਮ ਦੁਰਲਭ ਅਹੈ। ਤੇ ਜਿਹੜੇ ਵੀ ਭਾਈ ਰਾਜੇ ਚਾਹੇ ਰੰਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ
ਦਰਸ਼ਨ ਕਰਨ ਆਉਂਦੇ ਆ, ਤੇ ਕਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਹੀ ਰਹਿ ਜਾਂਦੇ ਆ, ਉੱਥੇ ਸਤਿਗੁਰਾਂ ਦੇ ਕੋਲ ਹੀ ਰੁਕ ਜਾਂਦੇ ਆ। ਤੇ ਜਿਨ੍ਹਾਂ ਮਹਾਤਮ ਦੁਰਲਭ ਹੈ, ਜਿਹੜੇ ਗੁਰੂ ਕੇ ਸਿੱਖ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਦਾ ਜਿਹੜਾ ਮਹਾਤਮ ਹੈ ਬੜਾ ਦੁਰਲਭ ਦੱਸਦੇ ਆ। ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕੀਤਿਆਂ ਵੱਡਾ ਮਹਾਤਮ ਪ੍ਰਾਪਤ ਹੁੰਦਾ ਹੈ। ਕਯੋ ਨਾਮ ਲਾਪ ਆਪ ਚਿਤ ਚਾਹੀਐ ਦੀਰਘ ਦੁਲਭ ਬਤ ਢਿਗ ਲਹੀਐ। ਤੇ ਰਾਜੇ ਭੀਮ ਚੰਦ ਨੂੰ ਇਹਦਾ ਵਜ਼ੀਰ ਕਹਿਣ ਲੱਗਾ ਵੀ ਰਾਜਾ ਨਾ ਕਿਉਂ ਨਾ ਮਿਲਾਪ ਆਪ ਚਿਤ ਚਾਹੀਏ, ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਤੁਸੀਂ ਵੀ ਕਰੋ ਚੱਲ ਕੇ। ਰਾਜੇ ਭੀਮ ਚੰਦ ਨੂੰ ਇਹਦਾ ਵਜ਼ੀਰ ਕਹਿੰਦਾ ਹੈ ਵੀ ਕਿਉਂ ਨਾ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੋ ਜਾ ਕੇ। ਦੀਰਘ ਦੁਲਭ ਬਸਤ ਢਿਗ ਲਹੀ ਹੈ, ਜਿਹੜੀਆਂ ਵੱਡੀਆਂ ਵਸਤੂਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਅਜੀਬ ਅਨਮੋਲ ਦੁਰਲਭ ਵਸਤੂਆਂ ਰਾਜਾ ਭੇਟ ਕਰਕੇ ਗਿਆ, ਉਹਨਾਂ ਵਸਤੂਆਂ ਨੂੰ ਕਿਉਂ ਨਾ ਆਪਾਂ ਦੇਖਣਾ ਕਰੀਏ ਚੱਲ ਕਰਕੇ। ਨਾਲੇ ਮਹਾਰਾਜ ਦੇ ਦਰਸ਼ਨ ਕਰ ਲਵਾਂਗੇ, ਨਾਲੇ ਦੁਰਲਭ ਵਸਤੂਆਂ ਦੇਖ ਆਵਾਂਗੇ। ਆਦਿਕ ਤਰੀਫ ਕਰਤ ਨਰ ਸੁਨੇ ਤਨ ਧਰ ਰਾਮ ਕ੍ਰਿਸ਼ਨ ਇਹ ਬਨੇ। ਤੇ ਰਾਜੇ ਭੀਮ ਚੰਦ ਨੂੰ ਇਹਦਾ ਵਜ਼ੀਰ ਕਹਿਣ ਲੱਗਾ ਵੀ ਬੜੇ ਮਨੁੱਖਾਂ ਨੂੰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਕਰਦਿਆਂ ਤਾਰੀਫ ਕਰਦਿਆਂ ਸੁਣਿਆ। ਮਹਾਰਾਜ ਦੀ ਬਹੁਤੇ ਲੋਕ ਵਡਿਆਈ ਕਰਦੇ ਆ, ਤੇ ਵਡਿਆਈ ਕਰਦਿਆਂ ਲੋਕ ਇਉਂ ਕਹਿੰਦੇ ਆ ਵੀ ਮਾਨੋ ਜਿਵੇਂ ਰਾਮਚੰਦਰ ਜੀ ਜਾਂ ਭਗਵਾਨ ਕ੍ਰਿਸ਼ਨ ਜੀ ਨੇ ਹੀ ਅਵਤਾਰ ਧਾਰ ਲਿਆ ਹੋਵੇ, ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ਼ੋਭਾ ਵਡਿਆਈ ਉਹਨਾਂ ਤੋਂ ਵੀ ਵਧੇਕ ਹੈ। ਅਤ ਸੁੰਦਰ ਦੁੱਤ ਸਦਨ ਬਦਨ ਕਰ ਬਰ ਦਲ ਅਰ ਇੰਦਰ ਦ੍ਰਿਗ ਦਵੈ ਮੁਦ ਕਰ। ਹਾਂ, ਇਸ ਤਰ੍ਹਾਂ ਅਤ ਸੁੰਦਰ ਦੁੱਤ ਸਦਨ ਬਦਨ ਬਰ ਦਲ ਅਰ ਬਿੰਦਨ ਦ੍ਰਿਗ ਦਵੈ ਮੁਦ ਕਰ। ਕਵੀ ਜੀ ਜ਼ਿਕਰ ਕਰਦੇ ਨੇ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੁੰਦਰਤਾ ਦੀ ਵਡਿਆਈ ਲੋਕ ਇਉਂ ਕਰਦੇ ਆ ਮਾਨੋ ਵੀ ਰਾਮਚੰਦਰ ਜੀ ਜਾਂ ਭਗਵਾਨ ਕ੍ਰਿਸ਼ਨ ਜੀ ਨੇ ਹੀ ਤਨ ਧਾਰ ਲਿਆ ਹੋਵੇ ਦੁਆਰਾ। ਇੰਨੀ ਸੁੰਦਰਤਾ ਹੈ, ਅਤ ਸੁੰਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੋਹਣੇ ਨੇ। ਦੁੱਤ ਸਦਨ ਬਦਨ ਬਰ, ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਖੜਾ ਹੈ, ਸੁੰਦਰਤਾ ਦਾ ਘਰ ਹੈ। ਮਾਨੋ ਸੁੰਦਰਤਾ ਦਾ ਹੀ ਘਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦਾ ਚਿਹਰਾ। ਦਲ ਅਰ ਬਿੰਦਨ ਦ੍ਰਿਗ ਦਵੈ ਮੁਦ ਕਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਨੇਤਰ ਨੇ ਉਹ ਕਮਲ ਦੀਆਂ ਪੰਖੜੀਆਂ ਵਰਗੇ ਹੈ। ਕਮਲਵਤ ਨੈਣ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਦੀਆਂ ਪੱਤੀਆਂ ਵਰਗੇ ਪ੍ਰਸੰਨਤਾ ਦੇਣ ਵਾਲੇ ਹਨ। ਇਕ ਤਾ ਗੁਰੂ ਪੂਜਵੈ ਥਾਨ ਦੁਤੀਏ ਦਲ ਜੁਤ ਬਲੀ ਮਹਾਨ। ਰਾਜਾ ਭੀਮ ਚੰਦ ਦਾ ਵਜ਼ੀਰ ਕਹਿੰਦਾ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਉੱਪਰ ਬਿਰਾਜਮਾਨ ਹਨ, ਇਸ ਕਰਕੇ ਪੂਜਣੇ ਯੋਗ ਨੇ। ਤੇ ਦੁਤੀਏ ਦਲ ਜੁਤ ਬਲੀ ਮਹਾਨ, ਦੂਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਰੀ ਵੱਡੀ ਸੈਨਾ ਦੇ ਮਾਲਕ ਨੇ ਤੇ ਬਹੁਤੇ ਬਲ ਵਾਲੇ ਮਹਾਨ ਹਨ। ਕਰਹੁ ਸੰਦ ਬਨਹਿ ਸੁਖਦਾਏ ਸਰਹਿ ਕਾਜ ਜਬ ਹੂੰ ਬਨ ਜਾਏ। ਇਉਂ ਕਵੀ ਜੀ ਜ਼ਿਕਰ ਕਰਦੇ ਰਾਜੇ ਭੀਮ ਚੰਦ ਦਾ ਵਜ਼ੀਰ ਕਹਿਣ ਲੱਗਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਿਉਂ ਨਾ ਸੰਧੀ ਕਰ ਲਈ ਜਾਏ, ਭਾਵ ਮੇਲ ਮਿਲਾਪ ਕਰ ਲਿਆ ਜਾਵੇ। ਰਾਜਾ ਭੀਮ ਚੰਦ ਕਰੋ ਸੰਧ ਬਨ ਹੈ ਸੁਖਦਾਏ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੂੰ ਸੰਧੀ ਕਰ ਲਵੇਂਗਾ ਤੇ ਸਾਡੇ ਲਈ ਸੁਖਦਾਈ ਹੋਵੇਗੀ। ਸੰਧੀ ਕਰਨ ਨਾਲ ਕੀ ਹੋਏਗਾ? ਸਰਹਿ ਕਾਜ ਜਬ ਹੂੰ ਬਨ ਜਾਏ, ਜਦੋਂ ਕਦੀ ਸਾਡਾ ਆਪਸ ਦੇ ਵਿੱਚ ਕਿਸੇ ਨਾਲ ਜੰਗ ਯੁੱਧ ਹੋਵੇਗਾ ਨਾ, ਉਸ ਵੇਲੇ ਸਾਡੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਖ ਰੂਪ ਹੋਣਗੇ, ਕਿਉਂਕਿ ਅਸੀਂ ਉਹਨਾਂ ਦੀ ਸਹਾਇਤਾ ਲੈ ਸਕਦੇ ਹਾਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਧੀ ਕਰਨੀ ਸਾਡੇ ਲਈ ਜ਼ਰੂਰੀ ਹੈ। ਆਪਾਂ ਸੰਧੀ ਕਰ ਲਈਏ ਮਹਾਰਾਜ ਦੇ ਨਾਲ। ਸੁਨ ਮੰਤਰੀ ਤੇ ਮਸਲਤ ਨੀਕੀ ਭੀਮ ਚੰਦ ਉਪਜੀ ਰੁਚ ਜੀ ਕੀ। ਹਾਂ, ਇਉਂ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਆ ਭਾਈ ਰਾਜਾ ਭੀਮ ਚੰਦ ਆਪਣੇ ਮੰਤਰੀ ਦੀ ਚੰਗੀ ਸਲਾਹ ਸੁਣ ਕੇ ਬੜਾ ਪ੍ਰਸੰਨ ਹੋਇਆ। ਸੁਣ ਮੰਤਰੀ ਤੇ ਮਸਲਤ ਨੀਕੀ, ਨੀਕੀ ਨਾਮ ਹੁੰਦਾ ਚੰਗੀ ਦਾ, ਮਸਲਤ ਨਾਮ ਹੁੰਦਾ ਸਲਾਹ ਦਾ। ਆਪਣੇ ਮੰਤਰੀ ਵਜ਼ੀਰ ਦੇਵੀਦਾਸ ਤੋਂ ਰਾਜਾ ਭੀਮ ਚੰਦ ਇਹ ਚੰਗੀ ਸਲਾਹ ਸੁਣ ਕੇ ਭੀਮ ਚੰਦ ਉਪਜੀ ਰੁਚ ਜੀ ਕੀ, ਉਹਦੇ ਜੀ ਵਿੱਚ, ਉਹਦੇ ਹਿਰਦੇ ਵਿੱਚ ਭੀਮ ਚੰਦ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਣ ਦੀ ਇੱਛਾ ਜਾਗੀ ਹੈ। ਮਿਲਣ ਦੀ ਇੱਛਾ ਜਾਗੀ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਇਉਂ ਰਾਜਾ ਭੀਮ ਚੰਦ ਦੇ ਮਨ ਵਿੱਚ ਖਿਆਲ ਆਇਆ ਬਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜਿਵੇਂ ਮੇਰਾ ਮੰਤਰੀ ਕਹਿੰਦਾ ਇਉਂ ਜਾ ਕੇ ਮਿਲਿਆ ਜਾਵੇ। ਤੇ ਰਾਜਾ ਭੀਮ ਚੰਦ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਿਲੇਗਾ ਅੱਗੇ ਜਾ ਕੇ। ਇੱਥੇ ਪ੍ਰਸੰਗ ਜਿਹੜਾ ਇਹ ਅਧਿਆਇ ਹੈ ਅੰਸੂ, ਇਹ ਸੰਪੂਰਨ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਿਆਲਤਾ ਕਰਨ। ਆਪਾਂ ਇੱਥੇ ਅੱਜ ਦੀ ਕਥਾ ਨੂੰ ਵਿਰਾਮ ਦਿੰਦੇ ਹਾਂ। ਰਹਿੰਦੀ ਵਿਚਾਰ ਅਗਲੇ ਸਮੇਂ ਦੌਰਾਨ ਵਿਚਾਰਨ ਦਾ ਯਤਨ ਕਰਾਂਗੇ ਜੇ ਸਤਿਗੁਰਾਂ ਨੇ ਸਵਾਸ ਬਖਸ਼ੇ। ਸੋ ਆਓ ਅਗਲੀ ਵਿਚਾਰ ਕਿਸ
ਤਰ੍ਹਾਂ ਰਾਜਾ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਇੱਛਾ ਜ਼ਾਹਰ ਕਰੇਗਾ, ਪਹਿਲਾਂ ਆਪਣੇ ਵਜ਼ੀਰ ਨੂੰ ਭੇਜੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ, ਫਿਰ ਆਪ ਮਹਾਰਾਜ ਦੇ ਦਰਸ਼ਨ ਕਰਨ ਆਵੇਗਾ। ਉਹ ਸਾਰੇ ਪ੍ਰਸੰਗ ਲੜੀਵਾਰ ਜਿਸ ਤਰ੍ਹਾਂ ਆਉਣਗੇ ਆਪਾਂ ਸਮਾਂ ਮਿਲਦਿਆਂ ਵਿਚਾਰਦੇ ਰਹਾਂਗੇ। ਹੁਣ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਦਇਆ ਕਰਨ, ਹੋਈਆਂ ਭੁੱਲਾਂ ਦੀ ਖਿਮਾ ਆਪ ਸੰਗਤ ਨੇ ਕਰਨੀ। ਸਤਿਗੁਰੂ ਮਿਹਰ ਕਰਕੇ ਅੱਗੋਂ ਤੋਂ ਆਤਮ ਵਿਸ਼ੈਣੀ ਬੁੱਧ ਦੀ ਦਾਤ ਬਖਸ਼ ਕੇ ਸੁਧ ਸਪਸ਼ਟ ਵਿਚਾਰ ਕਰਨ ਦੇ ਮਹਾਰਾਜ ਬਲ ਉਦਮ ਬਖਸ਼ਣ। ਪੜ੍ਹੀ ਸੁਣੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਤੇ ਵਸੇ, ਤਾਤੇ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕੀਏ। ਕਰਹੁ ਸੰਧ ਬਨ ਹੈ ਸੁਖਦਾਏ, ਸਰਹਿ ਕਾਜ ਜਬ ਹੂੰ ਬਨ ਜਾਏ। ਸੁਨ ਮੰਤਰੀ ਤੇ ਮਸਲਤ ਨੀਕੀ, ਭੀਮ ਚੰਦ ਰੁਚ ਜੀ ਕੀ। हे अच्युत हे पार ब्रह्म अविनाशी अगनास। हे पूरन हे सर्व मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निधान, जाकै सदा विवेक। हे अपरंपर हर हरे, है पी होवन हार। हे संत कै सदा संग, निधारा आधार। हे ठाकुर हौ दासरो, मैं निर्गुण गुण नहीं कोय। नानक दीजै नाम दान, राखो हियै परोए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।